ਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ गुरु अर्जन बिघ्नन के नाशक, बिघ्नन के नाशक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनावो बहोरी। गुरु तेग बहादुर परम किरपाला, वाहिगुरु परम किरपाला। श्री गुरु गोबिंद सिंह विशाला। या मैं अमृत ज्ञान है, मानक भगत बैराग। श्री गुरु ग्रंथ साहिब उदत, बंदो कर अनुराग। एक ओंकारा सतगुरु, ते प्रसाद सच होए। वाहिगुरु जी की फतेह है, बिघन बिनासन सोए। वाहिगुरु जी की फतेह है, बिघन बिनासन सोए। सतनाम श्री वाहिगुरु जी। अब ते जागह युद्ध बडेरा, बहर कर रण पात्र जो मेरा। रुंड मुंड रण थल बिथरावै, जोगन गृझन रुधर अघावै। अब ते जागह युद्ध बडेरा, बाहर का रहे रण पात्र जो मेरा। वाहिगुरु जी का खालसा, वाहिगुरु जी की फतेह। ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸਰਬ ਸੁਖ ਦਾਤਾਰ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਅਪਾਰ ਬਖਸ਼ਿਸ਼ ਹੋ ਰਹੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਸੱਚੇ ਪਾਤਸ਼ਾਹ ਦੇ ਸੱਚੇ ਗੁਰੂ ਦਰਬਾਰ ਅੰਦਰ ਜੁੜ ਬੈਠਣ ਦਾ, ਸਤ ਸੰਗਤ ਕਰਨ ਦਾ, ਯਾਤਰਾ ਕਰਨ ਦਾ ਸੁਭਾਗਾ ਸਮਾਂ ਆਪ ਜੀ ਨੂੰ ਬਖਸ਼
ਤੇ ਅਦਬ ਨਾਲ ਇੱਕ ਮਨ ਇੱਕ ਚਿਤ ਹੋ ਕੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ ਕੋਈ ਵੀ ਰਸਨਾ ਸੱਚੇ ਨਾਮ ਦੇ ਜਾਪ ਤੋਂ ਵਾਂਝੀ ਨਾ ਰਹਿ ਜਾਵੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਬ ਤੇ ਜਾਗਹਿ ਜੁਧ ਬਡੇਰਾ। ਗੁਰੂ ਘਰ ਦੇ ਅੰਦਰ ਜੋ ਮਹਾਨ ਬਖਸ਼ਿਸ਼ ਸਾਨੂੰ ਸੋਝੀ ਹੁੰਦੀ ਹੈ ਉਹ ਇਹੀ ਹੈ ਜੋ ਜੂਨਾ ਭੋਗਣ ਤੋਂ ਉਪਰੰਤ ਸਰਵੋਤਮ ਦੇਹੀ ਮਿਲੀ ਹੈ, ਮਨੁੱਖਾ ਦੇਹੀ। ਜਿਸ ਦੇਹੀ ਨੂੰ, ਜਿਸ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵਤੇ ਵੀ ਲੋਚਦੇ ਹਨ, ਇਹ ਮਨੁੱਖਾ ਦੇਹੀ ਮਿਲੀ ਹੈ ਗੁਰੂ ਦੀ ਸੇਵਾ ਲਈ, ਭਗਤੀ ਲਈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ। ਸਤਿਗੁਰ ਸਮਝਾਉਂਦੇ ਭਾਈ ਪੁਰਖਾ ਤੈਨੂੰ ਜਿਹੜੀ ਦੇਹੀ ਮਿਲੀ ਹੋਈ ਹੈ, ਦੇਵਤੇ ਵੀ ਲੋਚਦੇ ਕਿ ਸਾਨੂੰ ਇਹ ਦੇਹ ਮਿਲ ਜੇ, ਇਹ ਸਰੀਰ ਮਿਲ ਜਾਵੇ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸੋ ਇਹ ਦੇਹੀ ਮਿਲੀ ਹੈ, ਮਨੁੱਖਾ ਜਾਮਾ ਮਿਲਿਆ ਹੈ। ਕਿਤਨੇ ਵੱਡੇ ਭਾਗ ਹਨ, ਦੁਰਲਭ ਦੇਹ ਪਾਏ ਵੱਡ ਭਾਗੀ। ਵੱਡ ਭਾਗੀ ਹਨ ਉਹ ਪੁਰਖ ਜਿਨ੍ਹਾਂ ਨੂੰ ਇਹ ਦੇਹੀ ਮਿਲੀ ਹੈ। ਪਰ ਉਹ ਭਾਗਾ ਤੋਂ ਹੀ ਨੇ ਜਿਹੜੇ ਗੁਰੂ ਚਰਨਾਂ 'ਚ ਆ ਕੇ ਨਹੀਂ ਬੈਠਦੇ, ਸਤ ਸੰਗਤ ਨਹੀਂ ਕਰਦੇ। ਉਹਨਾਂ ਦੇ ਜਿਹਨੂੰ ਫਿਰ ਲਾਹਨਤਾਂ ਪਾਈਆਂ, ਫਟਕਾਰਾਂ ਪਾਈਆਂ ਜਾਂਦੀਆਂ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਉਹਨਾਂ ਜੀਵਨ ਤ੍ਰਿਕਾਰ ਯੋਗ, ਫਿਟਕਾਰਨ ਯੋਗ ਹੈ। ਵੱਡ ਭਾਗੀ ਉਹੀ ਹਨ ਜਿਹੜੇ ਸਤ ਸੰਗਤ ਕਰਦੇ ਹਨ। ਦੋ ਤਰ੍ਹਾਂ ਦੇ ਮਨੁੱਖੀ ਸਤਿਗੁਰ ਨੇ ਸਮਝਾਏ ਹਨ, ਇੱਕ ਵੱਡੇ ਭਾਗਾਂ ਵਾਲੇ, ਦੂਜੇ ਭਾਗਾਂ ਤੋਂ ਹੀ ਨੇ। ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਪਰਮ ਚੋਟਾਂ ਖਾਵੇਂ। ਭਾਗਾਂ ਤੋਂ ਹੀ ਨੇ ਮਨੁੱਖ ਦਰ ਦਰ ਤੇ ਭਟਕਦੇ, ਚੋਟਾਂ ਖਾਂਦੇ ਹਨ। ਪਰ ਜਿਹੜੇ ਗੁਰੂ ਦਾ ਬਚਨ ਮੰਨ ਲੈਂਦੇ, ਸਤਿਗੁਰ ਦੀ ਹਜ਼ੂਰੀ 'ਚ ਆ ਗਏ, ਬਚਨ ਮੰਨਿਆ, ਉਹਨਾਂ ਨੂੰ ਕਿਸੇ ਚੋਟਾਂ ਪੈਂਦੀਆਂ ਨਾ ਜਮਾਂ ਦੀਆਂ ਚੋਟਾਂ ਪੈਣ। ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਸੋ ਵੱਡ ਭਾਗੀ ਉਹ ਪੁਰਖ ਜਿਨ੍ਹਾਂ ਨੂੰ ਸਤ ਸੰਗਤ ਦੀਆਂ ਘੜੀਆਂ ਮਿਲੀਆਂ। ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭਰਮ ਚੋਟਾਂ ਖਾਵੇਂ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਭ ਤੋਂ ਉੱਚੀ ਪਦਵੀ ਦੇ ਮਾਲਕ ਹਨ ਗੁਰਦੇਵ ਜੀ, ਸਤਿਗੁਰ ਜੀ। ਤੇ ਗੁਰੂ ਜੀ ਦੇ ਦਰਬਾਰ 'ਚ ਆ ਜਾਣਾ, ਦੇਵਤੇ ਹੀ ਲੋਚਦੇ। ਦੇਵਤੇ ਦੀ ਇੱਛਾ ਹੋਈ, ਨਾਰਦ ਮੁਨੀ ਦੀ ਇੱਛਾ ਹੋਈ, ਆ ਗਿਆ ਸਤਿਗੁਰ ਦੇ ਚਰਨਾਂ 'ਚ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਆ ਕੇ ਉਸਤਤ ਕਰਨ ਲੱਗਾ ਹੈ। ਦੇਵਤੇ ਗਾਉਂਦੇ ਨੇ ਭਾਈ, ਰੋਜ਼ਾਨਾ ਆਪਾਂ ਪੜ੍ਹਦੇ ਆ। ਇੰਦਰ ਵੀ ਗਾਉਂਦਾ ਹੈ, ਗਾਵੇਂ ਤੋਹਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਜੈ ਜੈਕਾਰ ਕਰਦੇ, ਉਸਤਤ ਕਰਦੇ। ਤੇ ਪ੍ਰਤੱਖ ਪਾਰ ਬ੍ਰਹਮ ਪਰਮੇਸ਼ਵਰ
ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਨਾਇਆ। ਪਰਮੇਸ਼ਵਰ ਨੇ ਆਪਣਾ ਆਪ ਸਤਿਗੁਰ ਦੇ ਵਿੱਚ ਰੱਖਿਆ ਹੈ। ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਨਾਇਆ। ਸਤਿਗੁਰ ਜੇ ਵੱਡ ਦਾਤਾ ਕੋ ਨਹੀਂ। ਸਤਿਗੁਰ ਜਿੱਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਤੇ ਸਤਿਗੁਰ ਚਰਨ ਚ ਦੇਵਤੇ ਵੀ ਆਉਂਦੇ ਭਾਈ, ਦੇਵੀ ਦੇਵਤੇ ਵੀ ਆ ਕੇ ਸੇਵਾ ਕਰਦੇ ਗੁਰੂ ਦਰਬਾਰ ਅੰਦਰ। ਨਾਰਦ ਮੁਨੀ ਜੀ ਆਏ ਨੇ ਤੇ ਉਸਤਤ ਕਰਨ ਲੱਗੇ, ਜੈ ਜੈਕਾਰ ਕਰਨ ਲੱਗੇ, ਸਤਿਗੁਰ ਦੀਆਂ ਬੇਅੰਤ ਵਡਿਆਈਆਂ ਕੀਤੀਆਂ ਚੱਲ ਰਹੇ ਪ੍ਰਸੰਗ ਦੇ ਅੰਦਰ। ਤੇ ਹੁਣ ਬੇਨਤੀ ਕੀਤੀ, ਦਾਤਾ ਜੀ ਇਸ ਧਰਤੀ ਉੱਪਰ ਬੜੇ ਜੰਗ ਯੁੱਧ ਹੋਏ, ਪਰ ਲੰਮੇਰਾ ਸਮਾਂ ਗਿਆ, ਕੋਈ ਜੰਗ ਯੁੱਧ ਨਹੀਂ ਹੋਇਆ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅਬ ਤੇ ਜਾਗਿਆ ਜੁੱਧ ਵਡੇਰਾ। ਐ ਨਾਰਦ ਮੁਨੀ ਜੀ ਹੁਣ ਸਮਾਂ ਆ ਗਿਆ, ਬੜਾ ਵੱਡਾ ਯੁੱਧ ਹੋਵੇਗਾ, ਪਰ ਯੁੱਧ ਹੋਵੇਗਾ ਧਰਮ ਦਾ ਯੁੱਧ ਹੋਵੇਗਾ। ਬਾਹਰ ਕਰ ਹੈ ਰਣ ਪਾਤ ਜੋ ਮੇਰਾ। ਤੁਸੀਂ ਦੇਖੋਗੇ ਪ੍ਰਤੱਖ, ਬੋਹਰ ਕਰੇ ਰਣ ਪੁੱਤਰ ਜੋ ਮੇਰਾ। ਕਿ ਜੰਗ ਦੇ ਮੈਦਾਨ ਚ ਅਸਾਂ ਨਹੀਂ ਜੂਝਣਾ, ਕਿ ਅਸੀਂ ਜੰਗ ਦੇ ਮੈਦਾਨ ਨਹੀਂ ਜੂਝਣਾ, ਬਲਕਿ ਸਾਡਾ ਪੋਤਰਾ। ਕੌਣ ਪੋਤਰਾ? ਇਹ ਭਵਿੱਖਤ ਬਚਨ ਕਰਦੇ ਪਏ ਸਤਿਗੁਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਜਿੱਥੇ ਅਸਾਂ ਨੇ ਜੰਗ ਦੇ ਮੈਦਾਨ ਲੜਨਾ ਹੈ, ਜੂਝਣਾ ਹੈ, ਉੱਥੇ ਸਾਡਾ ਪੋਤਰਾ ਵੀ। ਕੌਣ ਪੋਤਰਾ? ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮਹਾਬਲੀ ਸੂਰਮੇ। ਜ਼ੋਰੂ ਇਸਤਰੀ ਦੇ ਲਈ ਵੱਡੇ ਵੱਡੇ ਜੰਗ ਹੋਏ। ਰਮਾਇਣ ਵਰਗੀ ਜੰਗ, ਮਹਾਭਾਰਤ ਵਰਗੀ ਜੰਗ, ਜਿਹੜੀ ਮਹਾਭਾਰਤ ਦਾ ਕੁਰਸ਼ੇਤਰ ਦਾ ਪ੍ਰਸੰਗ, ਇਹੀ ਰਾਜ ਭਾਗ ਲਈ ਯੁੱਧ ਹੁੰਦੇ ਹਨ। ਪਰ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ 4 ਜੰਗਾਂ ਲੜੀਆਂ, 4 ਯੁੱਧ ਲੜੇ। ਉਹ ਯੁੱਧ ਧਰਮ ਦੇ ਯੁੱਧ ਹਨ, ਧਰਮ ਦੇ, ਦੀਨ ਦੇ। ਤੇ 4 ਜੰਗਾਂ 'ਚ ਜਿੱਤ ਹੋਈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ 14 ਜੰਗਾਂ ਲੜੀਆਂ, ਪਰ ਧਰਮ ਦੇ ਯੁੱਧ ਹਨ। ਇੱਕ ਅੰਦਰ ਦਾ ਵੀ ਯੁੱਧ ਹੈ। ਸਾਡੇ ਆਪਣੇ ਅੰਦਰ ਸਾਡਾ ਸਭ ਤੋਂ ਵੱਡਾ ਵੈਰੀ ਬੈਠਾ ਹੋਇਆ, ਜਿਨੇ ਉਸ ਵੈਰੀ ਨੂੰ ਮਾਰ ਲਿਆ। ਕਿਉਂਕਿ ਸਾਡਾ ਜਿਹੜਾ ਦੁਸ਼ਮਣ ਹੈ, ਵੱਡਾ ਦੁਸ਼ਮਣ, ਜਿਹੜਾ ਸਾਨੂੰ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਣ ਨਹੀਂ ਦਿੰਦਾ ਪਿਆ,
ਉਹ ਦੁਸ਼ਟ ਕਿਹੜਾ ਹੈ, ਉਹ ਦੁਸ਼ਮਣ ਕਿਹੜਾ ਹੈ? ਉਹ ਹੈ ਮੈਂ ਮੇਰੀ ਵਾਲਾ ਹੋਮੇ, ਅਹੰਕਾਰ। ਤੇ ਗੁਰਦੇਵ ਮਹਾਰਾਜ ਜੀ ਫਰਮਾਉਂਦੇ ਕਹਿੰਦੇ ਜਿਸ ਨੇ ਇਸ ਦੁਸ਼ਟ ਨੂੰ ਮਾਰਿਆ ਅਸਲ ਚ ਉਹੀ ਸੂਰਮਾ ਹੈ। ਨਾਨਕ ਸੋ ਸੂਰਾ ਵਰਿਆਮ, ਉਹ ਸੂਰਮਾ ਹੈ, ਉਹ ਵਰਿਆਮ ਬਹਾਦਰ ਪੁਰਖ ਹੈ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਦੁਸ਼ਟ ਅਹੰਕਾਰ ਨੂੰ ਮਾਰਿਆ। ਹੋਰ ਸੂਰਮੇ ਦੀ ਬਾਤ ਕਹਿੰਗੇ ਇਸ ਕਲਯੁਗੀ ਸਮੇਂ ਦੇ ਅੰਦਰ ਮਾਇਆ ਦਾ ਰੰਗ ਤਾਂ ਸਾਰਿਆਂ ਤੇ ਚੜਿਆ ਹੋਇਆ। ਮੈਂ ਮੇਰੀ ਵਾਲਾ ਰੰਗ ਚੜਿਆ। ਹਰ ਕੰਮ ਆਪਾਂ ਮੈਂ ਮੇਰੀ ਦੇ ਅਧੀਨ, ਹਉਮੈ ਦੇ ਅਧੀਨ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹੋ ਕਰਦੇ, ਮੈਂ ਕਰਦੇ। ਇਹ ਮਾਇਆ ਦਾ ਰੰਗ ਗੁਰਦੇਵ ਮਹਾਰਾਜ ਜੀ ਸਾਨੂੰ ਰੋਜ਼ ਸਮਝਾਉਂਦੇ ਹਨ। ਕਹਿਣ ਲੱਗੇ ਦੇਖ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਮਾਇਆ ਦੇ ਰੰਗ ਚ ਹਰ ਖਿੰਨ ਖਿੰਨ, ਹਰ ਦਮ ਦੇ ਨਾਲ, ਹਰ ਸਵਾਸ ਨਾਲ ਅੰਦਰ ਮਾਇਆ ਦੀ ਸਿਮਰਤੀ ਚੱਲੀਏ। ਮੈਂ ਮੇਰੀ ਦੀ ਸਿਮਰਤੀ ਮਾਇਆ ਮਨੋ ਨਾ ਵਿਸਰੈ। ਮਾਇਆ ਕਿ ਧਨ ਦੌਲਤ ਦਾ ਨਾਮ ਮਾਇਆ ਨਹੀਂ ਏ। ਇਹ ਮੈਂ ਮੇਰੇ ਲਈ ਸਾਰੀ ਖੇਡ, ਦੂਜੇ ਪੌਲੀ ਖੇਡ, ਇਹ ਮਾਇਆ। ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ। ਇਹ ਰੰਗ ਚੱਲਦਾ ਪਿਆ ਹੈ। ਸਾਰੀ ਦੁਨੀਆ ਨੂੰ, ਸੰਸਾਰ ਨੂੰ ਖਾਂਦੀ ਹੈ ਮਾਇਆ। ਸਾਰੇ ਸਵਾਸ ਖਾ ਜਾਂਦੀ ਹੈ। ਮਾਇਆ ਦੀ ਮਮਤਾ ਹੀ ਐਸੀ ਹੈ। ਮਾਇਆ ਮਮਤਾ ਮੋਹਣੀ, ਮਨ ਨੂੰ ਮੋਹ ਲੈਂਦੀ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ ਖਾਇਆ। ਸਾਰੇ ਜਗ ਨੂੰ ਖਾਂਦੀ ਹੈ। ਇਹਦਾ ਸੁਭਾਅ ਹੀ ਐਸਾ, ਬਿਨਾਂ ਦੰਦਾਂ ਤੋਂ ਹੀ ਨਿਕਲ ਜਾਂਦੀ ਅੰਦਰ। ਜਿਨ ਵਿਨ ਦੰਤਾਂ ਜਗ ਖਾਇਆ, ਸਾਰਿਆਂ ਨੂੰ ਖਾ ਕੇ ਕਹਿੰਗੇ ਹਾਂ। ਜਿਹੜੇ ਮਨ ਦੇ ਪਿੱਛੇ ਲੱਗਦੇ ਨਾ, ਗੁਰੂ ਦੇ ਪਿੱਛੇ ਨਹੀਂ ਲੱਗਦੇ, ਗੁਰੂ ਦਾ ਬਚਨ ਨਹੀਂ ਕਮਾਉਂਦੇ, ਸਤ ਸੰਗਤ ਨਹੀਂ ਕਰਦੇ, ਗੁਰੂ ਚਰਨ ਚ ਆ ਕੇ ਨਹੀਂ ਬੈਠਦੇ, ਉਹਨਾਂ ਨੂੰ ਖਾਂਦੀ ਹੈ। ਮਨ ਮੁਖ ਖਾਦੇ ਗੁਰਮੁਖ ਉਬਰੇ। ਇਸ ਮਾਇਆ ਦੀ ਮਾਰ ਤੋਂ ਗੁਰਮੁਖ ਬਚਦੇ ਹਨ। ਜਿਨੀ ਸੱਚ ਨਾਮ ਚਿਤ ਲਾਇਆ। ਤੇ ਪਰਮੇਸ਼ਵਰ ਦੇ ਪਿਆਰੇ ਉਹ ਉੱਠ ਬੈਠਦੇ ਹਨ। ਮਾਇਆ ਪੈਂਦੀ ਨਾ ਸਿਰੇ ਸਿਰ, ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੁੰਦਾ, ਆਲਸ ਰੂਪ ਵਿੱਚ ਮਾਇਆ ਆ ਜਾਂਦੀ ਏ। ਜੇ ਅਲਾਰਮ ਵੀ ਰਾਤ ਨੂੰ ਲਾਇਆ ਨਾ ਕਿ 3 ਵਜੇ ਉੱਠ ਕੇ ਬੈਠਣਾ, ਚੌਂਕਣਾ ਮਾਰਨਾ, ਅਲਾਰਮ ਤਾਂ ਵੱਜ ਗਿਆ, ਫਿਰ ਅਗਲੇ ਚਲੋ 2 ਮਿੰਟ ਹੋਰ ਪੈ ਜੰਨੇ ਆ। ਉਹ 2 ਮਿੰਟ ਕਰਦਾ ਤੇ ਲੰਮਾ ਪੈ ਉੜ ਚੜਿਆ ਹੁੰਦਾ। ਮਾਇਆ ਨੇ ਭਰਮਾ ਲਿਆ, ਨਹੀਂ ਉੱਠਦਾ। ਮਾਇਆ ਭਰਮਾਉਂਦੀ ਹੈ, ਪਰ ਪਰਮੇਸ਼ਵਰ ਦੇ ਪਿਆਰੇ ਭਿੰਨੀ ਰਹਿਣੜੀਏ, ਭਿੰਨੀ ਰਹਿਣੜੀਏ ਜਾਗਣ, ਉਹ ਜਾਗਦੇ ਹਨ। ਭਿੰਨੀ ਰਹਿਣੜੀ ਚਮਕਣ ਤਾਰੇ ਜਾਗੈ ਸੰਤ ਜਨ ਮੇਰੇ ਰਾਮ ਪਿਆਰੇ। ਰਾਮ ਦੇ ਪਿਆਰੇ ਜਾਗਦੇ ਹਨ, ਬੈਠਦੇ ਹਨ, ਚੌਂਕੜੇ ਮਾਰ ਕੇ ਗੁਰੂ ਗੁਰੂ ਜਪਦੇ ਹਨ। ਗੁਰਮੁਖ ਉਭਰੇ, ਗੁਰਮੁਖ ਬਚ ਗਏ ਮਾਇਆ ਦੀ ਮਾਰ ਤੋਂ। ਗੁਰਮੁਖ ਉਭਰੇ ਜਿਹਨੇ ਸੱਚ ਨਾਮ ਚਿਤ ਲਾਇਆ। ਤੇ ਜਿਨ੍ਹਾਂ ਨੂੰ ਇਸ ਕਲਯੁਗੀ ਸਮੇਂ ਅੰਦਰ ਇਹ ਰੰਗ ਲੱਗਾ, ਨਾਮ ਦਾ ਰੰਗ ਲੱਗਾ ਹੈ, ਉਹੀ ਅਸਲੀ ਸੂਰਮੇ ਹਨ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਤ ਹੈ ਸੂਰਾ। ਆਤਮ ਜਿਨੈ ਸਗਲ ਵਸਤਾ ਕੈ, ਜਾਕਾ ਸਤਗੁਰ ਪੂਰਾ। ਪਰ ਸੂਰਮਾ ਐਵੇਂ ਨਹੀਂ ਬਣਿਆ, ਉਹਨੂੰ ਪੂਰਾ ਸਤਗੁਰ ਮਿਲਿਆ ਹੈ। ਕਿਉਂਕਿ ਪੂਰਾ ਸਤਗੁਰ ਬੜਾ ਵੱਡਾ ਸੂਰਮਾ, ਮਹਾਬਲੀ ਵੇ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਸਾਰੇ ਜਪ ਲੋ, ਅੱਜ ਜਪੋ, ਹਾਜ਼ਰੀਆਂ ਲਗਵਾਓ। ਵਾਹ ਵਾਹ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ। ਵਾਹ ਵਾਹ ਗੋਬਿੰਦ ਸਿੰਘ,
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਗੁਰ ਚੇਲਾ ਆਪੇ ਗੁਰ ਚੇਲਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ। ਖੰਡਾ ਜਾ ਕੇ ਹਾਥ ਮੈਂ, ਖੰਡਾ ਜਾ ਕੇ ਹਾਥ ਮੈਂ। ਖੰਡਾ ਜਾ ਕੇ ਹਾਥ ਮੈਂ, ਖੰਡਾ ਜਾ ਕੇ ਹਾਥ ਮੈਂ। ਹੱਥ 'ਚ ਖੰਡਾ ਪਕੜਿਆ ਹੋਇਆ ਹੈ, ਅੰਦਰ ਭਾਵਨਾ 1.25 ਲੱਖ ਸੇ एक लड़ाऊं तब मैं गोबिंद सिंह नाम कहाऊं। शस्त्र धारण करो भाई, सूरमे बनो। धन गुरु हरगोबिंद पातशाह महाराज जी फरमाउंदे, असां ने जंग जुद्ध लड़ने कि असीं नहीं, जंग साडा पोतरा आवेगा संसार ते, वो बड़ा वड्डा महाबली सूरमा होवेगा, वो साडे तो भी वड्डे युद्ध लड़ेगा। भविखत बचन। इतने वड्डे सूरमे ना कदी ऐसा कोई सूरमा होया, ना कदी संसार ते होवेगा। तुहाडियां अखां सामने तुहाडियां धीआं भैणां चुक के लै जांदे, बेपत करदे हन, और रोंदियां कुरलांदियां, तुसीं कुछ नहीं करदे पे। की करिए सतगुर जी? भाई तुहाडा भी शरीर मनुख वाला, उन्हां दा शरीर भी मनुख वाला। उन्होंने शस्त्र धारण किए, तुसीं शस्त्र नहीं धारण करते, निहत्थे हो, कमजोर हो, कायर हो, डरपोक होए पिओ। भगती करो, वाहिगुरु वाहिगुरु जपो। धन जियो ते को मुखते हर चित्त में जुद्ध विचारै, दे अनित ना नित रह। जस नाव चढ़ै भव सागर तारै। जिथे अंदर दा युद्ध लड़ना है, नाम जप जप के अंदरों स्ट्रोंग, अंदरों पावरफुल होना है, सूरमे बनना है, उथे तानू परिशस्त्र सजाओ भाई। नहीं गुरु कलगीधर पातशाह, असी किद्दां शस्त्र धारण करिए? वो आउंदे हन, वो साडियां अखां सामने साडियां धीआं भैणां चुक के लैंदे, असी की करिए? तुहाडे कोल बल है, तुसीं हत्थ तकड़ी तां चुक लैंदे हो। इतना वजन चुक चुक के तोल दे हो तकड़ी नाल, कहणगे तां साडा काम है, काम हमारा तोलन तकड़ी। नंगी करद कबू ने पकड़ी, पर नंगी करद छोटी जी छुरी हुंदी, वो भी नहीं असीं पकड़ सकते। जे पकड़ के बाहर आए, किसी मुगल ने पकड़ लेना, छुरी पकड़िए, वो सानू पकड़ के जेल सुटेगा, मारेगा। असीं डरदे हां, इतने कायर, इतने डरपोक हो गए। काम हमारा तोलन तकड़ी, नंगी करद कबू ने पकड़ी। चिड़ी उड़े तो हम डर जाए, साडे कोल बैठी चिड़ी उड़दी है, असीं थर थर कंबदे हां। चिड़ी उड़े तो हम डर जाए, दुश्मन से कैसे लड़ पाए? किद्दां लड़ांगे? नहीं लड़ सकते। कायर हो चुके सन हिंदुस्तान, लोग मुर्दे बन चुके सन। इन्हां मुर्दे च जान पाई गुरु कलगीधर पातशाह ने। जीवन दिता सच्चा जीवन। गुरु तेग बहादुर महाराज ने बचन फरमाया, भै काहू को देत नह पै मानत आन। किस दा भै मनना भी नहीं ते भै देना भी नहीं गा। ਜਿਹੜੇ ਦੂਜਿਆਂ ਨੂੰ ਭੈ ਦਿੰਦੇ ਉਹ ਜ਼ਾਲਮ ਹੁੰਦੇ ਹਨ, ਜ਼ੁਲਮ ਕਰਦੇ ਹਨ। ਜ਼ਾਲਮ ਵੀ ਨਹੀਂ ਬਣਨਾ ਤੇ ਕਾਇਰ ਵੀ ਨਹੀਂ ਬਣਨਾ, ਜ਼ੁਲਮ ਸਹਾਰਨਾ ਵੀ ਨਹੀਂ ਹੈ। ਜੇ ਕੋਈ ਜ਼ੁਲਮ ਕਰਦਾ ਹੈ ਡਟ ਕੇ ਮੁਕਾਬਲਾ ਕਰਨਾ ਭਾਈ। जिथे ओ सूरमा है जाको हर रंग लागो, इस युग में सो कहियत है सूरा, ओथे ए भी सूरमा सूरा सो पहचानी है। जो लरे दीन के हेत, पुरजा पुरजा कट मरै, कबू ना छाड़े खेत। धन गुरु कलगीधर पातशाह महाराज ने सुचेत किया, कहणगे ये नहीं हो सकता। ठीक है, तुसी शस्त्र पकड़ा दवोगे, सिखां नूं शस्त्र पहना दवोगे,
ਪਰ ਜੇ ਕਿਤੇ ਆਨੰਦਪੁਰ ਸਾਹਿਬ ਆ ਗਏ ਨਾ ਮੁਗਲ ਪਠਾਨ, ਤੇ ਤੁਹਾਡੇ ਸਾਰੇ ਸਿੱਖ ਡਰਦੇ ਮਾਰੇ ਭੱਜ ਜਾਣਗੇ। ਇਹ ਮੁਕਾਬਲਾ ਥੋੜੀ ਹੋ ਸਕਦਾ। ਇੱਕ ਇੱਕ ਪਠਾਨ 100 ਦਾ ਮੁਕਾਬਲਾ ਕਰਦਾ ਹੈ। ਇੱਕ ਇੱਕ ਪਠਾਨ, ਉਹ ਪਠਾਨ ਮੰਨੋ ਬਾਜ ਨੇ, ਬਾਜ, ਤੇ ਤੁਹਾਡੇ ਸਿੱਖ ਚਿੜੀਆਂ। ਚਿੜੀਆਂ ਕਿੱਥੇ ਮੁਕਾਬਲਾ ਕਰਦੀਆਂ? ਬਾਜ ਪਕੜਦਾ, ਝਪਟਾ ਮਾਰ ਕੇ ਚਿੜੀ ਚੀਂ ਚੀਂ ਕਰਦੀ ਏ, ਚੀਕਾਂ ਮਾਰਦੀ ਏ, ਲਹੂ ਨਾਲ ਲੱਥਪੱਥ ਹੋ ਜਾਂਦੀ, ਪਰ ਚਿੜੀ ਕੁਝ ਨਹੀਂ ਕਰ ਸਕਦੀ। ਤੁਹਾਡੇ ਸਿੱਖ ਭੇਡਾਂ ਦੀ ਤਰ੍ਹਾਂ, ਭੇਡਾਂ ਕੀ ਮੁਕਾਬਲਾ? ਸ਼ੇਰ ਨੇ ਗਰਜਣਾ, ਭੇਡਾਂ ਭੱਜ ਜਾਣੀਆਂ। ਤੁਸੀਂ ਸ਼ਸਤਰ ਪਹਿਨਾ ਦੋਗੇ ਫਿਰ ਕੀ ਹੋ ਜਾਏਗਾ? ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਕਰਨਗੇ ਤੁਸੀਂ ਦੇਖੋਗੇ ਆਪਣੀਆਂ ਅੱਖਾਂ ਨਾਲ। ਖੱਤਰੀ ਕਹਾਣ ਵਾਲਿਓ, ਤੁਸੀਂ ਤਾਂ ਆਪਣਾ ਧਰਮ ਛੱਡਤਾ, ਖੱਤਰੀਆਂ ਤਾਂ ਧਰਮ ਛੋੜਿਆ। ਗੁਰੂ ਨਾਨਕ ਨੇ ਬਚਨ ਕੀਤਾ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ। ਤੁਸੀਂ ਆਪਣੀ ਭਾਸ਼ਾ ਛੱਡ ਦਿੱਤੀ ਏ, ਬੋਲੀ ਛੱਡ ਦਿੱਤੀ ਏ, ਮਲੇਛਾਂ ਦੀ ਭਾਸ਼ਾ ਬੋਲਦੇ ਪਿਓ। ਪਿਆਰਿਓ, ਗੁਰੂ ਵਾਲੇ ਬਣ ਕੇ ਗੁਰੂ ਗੁਰੂ ਜਪੋ, ਸ਼ਕਤੀ ਆਵੇਗੀ, ਬੜੀ ਸਮਰੱਥਾ ਆਵੇਗੀ। ਹੁਣ ਪ੍ਰਤੱਖ ਹੈ, ਦੁਨੀ ਚੰਦ ਗੁਰੂ ਗੁਰੂ ਨਹੀਂ ਜਪਦਾ, ਖੀਰ ਖਾ ਲੈਂਦਾ ਹੈ, ਲੰਗਰ ਛਕ ਲੈਂਦਾ ਹੈ, ਪਰ ਗੁਰੂ ਦੇ ਸ਼ਬਦ ਦਾ ਲੰਗਰ ਨਹੀਂ ਛਕਦਾ, ਸਤ ਸੰਗਤ ਨਹੀਂ ਕਰਦਾ। ਗੁਰੂ ਨੇ ਆਖਿਆ ਸੀ, ਬਚਨ ਕੀਤਾ, ਕਹਿੰਦੇ ਪਹਾੜੀ ਰਾਜੇ ਹਾਥੀ ਲੈ ਕੇ ਆ ਰਹੇ ਨੇ, 7 ਤਵੀਆਂ ਲੱਗੀਆਂ ਹੋਈਆਂ ਮੱਥੇ ਤੇ, ਤੇ ਸਾਡੇ ਕੋਲ ਇਹ ਹਾਥੀ ਹੈ। ਦੇਖੋ ਕਿੱਡਾ ਹਾਥੀ ਵਰਗਾ ਵੱਡਾ ਸਰੀਰ ਹੈ। ਇਹ ਦੁਨੀ ਚੰਦ ਸਰੀਰ ਤਾਂ ਤਕੜਾ ਸੀ, ਪਰ ਅੰਦਰੋਂ ਕਮਜ਼ੋਰ ਸੀ। ਡਰਦਾ ਬੜਾ ਭੱਜ ਗਿਆ ਨਾ, ਇਤਨਾ ਭਾਰਾ ਸੀ, ਜਦੋਂ ਰੱਸਾ ਪਕੜੇ ਉਤਰਨ ਲੱਗਾ, ਰੱਸਾ ਹੀ ਟੁੱਟ ਗਿਆ, ਲੱਤ ਟੁੱਟ ਗਈ। ਪਰ ਭਾਈ ਬਚਿੱਤਰ ਸਿੰਘ शरीर करके कद करके छोटा है, पर गुरु कलगीधर पातशाह दी मेहर बड़ी वड्डी। सत संगत रोज करदा है, शब्द दा लंगर छकदा है। जे दुनी चंद भज गया ते साडा बब्बर शेर मुकाबला कर। केड़ा बब्बर शेर? कहेंगे ए बचित्तर सिंह, भाई बचित्तर सिंह। सतगुरु दे चरण च मत्था टेकिया, सतगुरु जी एक हाथी की इंद्र दा इरावत हाथी, लखा हाथी आ जाए, मैं इकल्ला मुकाबला करांगा, बस तुहाडा हथ चाहिए मेरे सिर ते, थापड़ा चाहिए, बख्शिश चाहिए, थापड़ा दे दो। ते गुरु कलगीधर पातशाह ने थापड़ा बख्शिश किया, नागनी बरछा बख्शिश किया। किस तरीके उस हाथी नूं भाजड़ा पाईयां, मार भजाया। विश्वास भरोसा गुरु की शन लैनी भाई। ते गुरु कलगीधर पातशाह ने बचन समा आवेगा, ऐसा ही होवेगा। की होवेगा? चिड़ियों से मैं बाज तड़ाऊं, भेड़ों के संग शेर पिड़ाऊं, 1.25 लाख से एक लड़ाऊं, तब मैं गोबिंद सिंह नाम कहाऊं। जुद लड़े 40 भुखे पाने सिंह सुर में, 10 लाख की फौज का मुकाबला करते हैं। अंदर चाओ है कबीर, मोहे मरने का चाओ है, मरूं ता हर के द्वार, मत हर पूछे कौन है परा हमारे बार। भविखत बचन कीता धन गुरु हरगोबिंद सिंह, कहेंगे असां ने जंग दे मैदान जूझना, ते साडा पोतरा भी वैरियां नूं भाना पावेगा। रुंड मुंड रण थल बिथरावा, जंग दे मैदान च रुंड आखदे धाड़े शरीर, जिथे सिर ना होवे ना, सिर लत्था होया कला रुंड, ते मुंड सिर वाला हिस्सा। कहेंगे धरती उपर एक पासे सिर बिखरे होणगे, एक पासे रुंड धड़ बिखरे होणगे। ऐसा भारी युद्ध होवेगा, रुंड मुंड रण थल बिथरावे, हर पासे इन्हां दा विस्तार। ऐसे जंग युद्ध च वैरियां दा अंत होवेगा, दुष्टां नाश करेगा। जोगन गृजन रुद्र अघावा, जड़ियां जोगनियां हन, 8 तरह ਦੀਆਂ जोगनियां बणियां, 64 तरह ਦੇ ਵੀ, जिन्हां दी खुराक की है खून पींदियां न, मांस खांदियां न। कहेंगे जोगनियां आणगियां, गिरजां उड़ उड़ के आकाश तो आणगियां, वो मांस खाणगे। जंग च इस तरह जिद्दां लाशां ढेर लगे होणगे,
ਦੁਸ਼ਟਾਂ ਦਾ ਨਾਸ਼ ਹੋਏਗਾ, ਉਹ ਫਿਰ ਉਹਨਾਂ ਦੀ ਖੁਰਾਕ ਉਹਨਾਂ ਨੂੰ ਮਿਲੇਗੀ। ਪੁਨ ਬੜ ਪੰਥ ਖਾਲਸਾ ਗਰਜੇ। ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਖਾਲਸਾ ਪੰਥ ਸਾਜਾਣਾ ਹੈ, ਉਸ ਪਰਥਾਈ ਵੀ ਗੁਰੂ ਹਰਗੋਬਿੰਦ ਨੇ ਭਵਿੱਖਤ ਬਚਨ ਕੀਤਾ। ਕਹਿੰਦੇ ਜੰਗ ਦੇ ਮੈਦਾਨ 'ਚ ਖਾਲਸਾ ਪੰਥ ਗਰਜੇਗਾ, ਵੈਰੀ ਨੂੰ ਭਾਜਣਾ ਪੈਣਗੀਆਂ। ਤੇਜ ਤੁਰਕੋ ਤਰਜਤ ਵਰਜੇ। ਜਿਹੜਾ ਤੇਜ ਹੋਵੇਗਾ ਗੁਰੂ ਕੇ ਖਾਲਸੇ ਦਾ, ਇਹ ਭਵਿੱਖਤ ਬਚਨ ਕੌਣ ਕਰ ਰਹੇ ਨੇ? ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਲੋਕਾਂ ਨੇ ਤੇ ਕਿੰਤੂ ਪ੍ਰੰਤੂ ਕੀਤਾ, ਸ਼ੰਕੇ ਕੀਤੇ। ਗੁਰੂ ਨਾਨਕ ਸਿੰਘ ਨੇ ਤਾਂ ਕੀਰਤਨ ਕੀਤਾ ਭਾਈ, ਭਾਈ ਮਰਦਾਨਾ ਰਬਾਬ ਵਜਾਉਂਦੇ, ਬਾਬਾ ਨਾਨਕ ਕੀਰਤਨ ਕਰਦਾ। ਗੁਰੂ ਘਰ ਚ ਭਗਤੀ ਦੀ ਗੱਲ ਹੈ, ਪਰ ਇਹ ਨਵਾਂ ਹੀ ਕੰਮ ਆਰੰਭ ਕਰ ਲਿਆ। ਸ਼ੰਕਾ ਕੀਤਾ ਲੋਕਾਂ ਨੇ, ਜਿਹੜੇ ਗੁਰੂ ਘਰ ਨਾਲ ਵੈਰ ਕਰਦੇ ਸੀ ਉਹਨਾਂ ਨੇ ਇਸ ਤਰੀਕੇ ਦੀਆਂ ਤੁਹਮਤਾਂ ਵੀ ਲਾਈਆਂ। ਦੇਖੋ ਜੀ, ਇਹ ਘੋੜਿਆਂ ਤੇ ਅਸਵਾਰੀਆਂ ਕਰਦੇ ਨੇ, ਇਹ ਜੰਗ ਦੇ ਮੈਦਾਨ 'ਚ ਜੂਝਦੇ ਰਹਿੰਦੇ ਨੇ, ਸ਼ਸਤਰਾਂ ਦੀ ਗੱਲ ਕਰਦੇ ਨੇ, ਇਹ ਜੰਗਲ ਜਾ ਕੇ ਸ਼ਿਕਾਰ ਖੇਡਦੇ ਨੇ। ਤੇ ਭਾਈ ਗੁਰਦਾਸ ਮਹਾਬਲੀ ਜਿਹੜੇ ਜੰਗ ਦੇ ਮੈਦਾਨ 'ਚ ਜੂਝੇ ਹਨ, ਉਹਨਾਂ ਨੇ ਫਿਰ ਕਲਮ ਦੇ ਰਾਹੀਂ ਜਵਾਬ ਦਿੱਤਾ। ਕਹਿੰਦੇ ਕਿਤੇ ਭੁਲੇਖਾ ਨਾ ਖਾਣਾ, ਇਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਗੁਰੂ ਨਾਨਕ ਦੇਵ ਜੀ ਦੀ ਧੰਨ ਗੁਰੂ ਅੰਗਦ ਸਾਹਿਬ ਵਾਲੀ ਬਰਕਤ, ਗੁਰੂ ਅਮਰਦਾਸ ਜੀ ਵਾਲੀ ਸੇਵਾ, ਗੁਰੂ ਰਾਮਦਾਸ ਜੀ ਵਾਲੀ ਨਿਮਰਤਾ, ਧੰਨ ਗੁਰੂ ਅਰਜਨ ਸਾਹਿਬ ਵਾਲੀ ਘਾਲਨਾ, ਉਹਨਾਂ ਦਾ ਸਬਰ, ਮਾਤਾ ਗੰਗਾ ਜੀ ਦੀ ਪਿਆਰ ਭਰੀਆਂ ਅਸੀਸਾਂ, ਪਵਿੱਤਰ ਉਹਦਾ ਇਹ ਸੁਮੇਲ ਪ੍ਰਗਟ ਹੋਇਆ। ਭਾਰੀ ਪੁਰਖ, ਇਹ ਭਾਰੀ ਪੁਰਖ ਹੈ, ਕਿਤੇ ਫਰਕ ਨਾ ਕਰਨਾ। ਕਹਾਂਗੇ ਪੰਜ ਪਿਆਲੇ, ਪੰਜ ਪੀਰ, ਪੰਜ ਗੁਰੂ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਪੰਜੇ ਪੀਰ ਹਨ। ਦੇਵੀ ਗੁਣਾਂ ਦੇ ਪੰਜ ਪਿਆਲੇ ਹਨ। ਸਤ ਹੈ, ਸੰਤੋਖ ਹੈ, ਧਰਮ ਹੈ, ਧੀਰਜ ਹੈ, ਖਿਮਾ ਹੈ। ਪੰਜ ਪਿਆਲੇ, ਪੰਜ ਪੀਰ। ਛਟਮ ਪੀਰ ਬੈਠਾ ਗੁਰ ਭਾਰੀ। ਇਹ ਛਟਮ ਵੀ ਪੀਰ ਹੈ, ਪਰ ਭਾਰੀ ਪੁਰਖ ਹੈ। ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ, ਗੁਰੂ ਅਰਜਨ ਸਾਹਿਬ ਜੀ ਹਨ, ਪਰ ਕਾਇਆ ਪਲਟੀ, ਸਰੀਰ ਬਦਲਿਆ ਹੋਇਆ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਨ ਵਾਰੋ ਵਾਰੀ। ਆਓ ਸਤਿਗੁਰ ਵਿੱਚ ਨੇ ਹਾਜ਼ਰੀ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵੱਡ ਜੋਧਾ ਬਹੁ ਪਰ ਉਪਕਾਰੀ, ਵੱਡ ਜੋਧਾ ਬਹੁ ਪਰ ਉਪਕਾਰੀ। ਜੋਧਾ ਬਹੁ ਪਰ ਉਪਕਾਰੀ, ਵੱਡ ਜੋਧਾ ਵੱਡ ਬਹੁ ਉਪਕਾਰੀ। ਬੜੇ ਵੱਡੇ ਜੋਧੇ, ਪਰ ਬੜੇ ਵੱਡੇ ਪਰਉਪਕਾਰੀ। ਪੈਂਦੇ ਖਾਣੂ ਪੁੱਤਰਾਂ ਦੀ ਤਰ੍ਹਾਂ ਪਾਲਿਆ, ਪਰ ਉਹ ਅਕਿਰਤ ਕਣ ਹੋ ਕੇ ਵਾਰ ਕਰਨ ਆਉਂਦਾ ਏ। ਤੇ ਸਤਿਗੁਰ ਸਮਝਾਉਂਦੇ, ਭਾਈ ਪੈਂਦੇ ਪੁੱਤ ਬਰਖੁਰਦਾਰ, ਏਦਾਂ ਨਹੀਂ ਕਰੀਦਾ ਵਾਰ। ਉਹ ਕਰਦਾ ਵਾਰ, ਚਲਾਕੀ ਚਤਰਾਈ। ਅਖੀਰ ਉਹਦੇ ਵਾਰ ਤਿੰਨੇ ਵਾਰ ਖਾਲੀ ਜਾਂਦੇ। ਤੇ ਸਤਿਗੁਰ ਇੱਕੋ ਹੀ ਢਾਲ, ਜਦੋਂ ਉਹ ਸੋਚਦਾ ਮੇਰੀ ਤਲਵਾਰ ਤਾਂ ਟੁੱਟ ਗਈ, ਉਹਦੇ ਕੋਲ ਬੜਾ ਵੱਡਾ ਇੱਕ ਤਜਰਬਾ ਸੀਗਾ, ਗੁਣ ਸੀਗਾ। ਘੋੜੇ ਥੱਲੇ ਵੜ ਕੇ ਲੱਤਾਂ ਪਟਕਾ ਕੇ ਸੁੱਟ ਦਿੰਦਾ ਸੀ। ਗੁਰੂ ਹਰਗੋਬਿੰਦ ਨੇ ਘੋੜੇ ਨੂੰ ਪਕੜ ਕੇ ਥੱਲੋਂ ਸੁੱਟਣ ਦਾ ਯਤਨ ਕਰਨ ਲੱਗਾ, ਏਦਾਂ ਵਾਰ ਕਰ ਲਵਾਂ ਮੈਂ। ਗੁਰੂ ਹਰਗੋਬਿੰਦ ਨੇ ਢਾਲ ਹੀ ਮਾਰੀ, ਸ਼ਮਸ਼ੀਰ ਨੇ ਢਾਲ ਸਿਰ ਤੇ ਮਾਰੀ, ਪਟਕ ਕੇ ਡਿੱਗਾ, ਉੱਠਣ ਜੋਗੇ ਨਾ ਰਿਹਾ। ਹਾਏ ਹਾਏ ਕਰਨ ਲੱਗਾ, ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸਿਰ ਤੇ ਨੇ ਢਾਲ, ਉਹੀ ਢਾਲ ਕਰਕੇ ਧੁੱਪ ਪੈ ਰਹੀ ਸੀ, ਪਸੀਨੋ ਪਸੀਨ ਹੋ ਰਿਹਾ ਸੀ, ਹਾਏ ਹਾਏ ਕਰਦਾ ਪਿਆ। ਤੇ ਧੰਨ ਗੁਰੂ ਹਰਗੋਬਿੰਦ ਨੇ ਸਿਰ ਤੇ ਢਾਲ ਕਰਕੇ ਆਖਿਆ, ਪੈਂਦੇ ਆ ਬੇਟਾ
हाय हाय करन दा समा नहीं है। तू नमाज अदा कर ले, अल्लाह दे दर ते जाना है। हथ जोड़ के आखदा सतगुर जी तुहाडी इह ढाल ही मेरी नमाज है। तुसी मेरे ते तरस कीता, मेहर कीती है, मैं अकृत कन हो गया, पर हुण समझ आ गई तुसी ही मेरे अल्लाह हो। प्यारियो शीश झुका के प्राण त्यागते, कहण तो भाव बड़ जोधा बहु परोपकारी। सतगुरु ने सानू तलवार नहीं दिती, किरपान दिती है। किरपा प्लस आन। ये जुलम कर ली नहीं, जुलम मुकावन ली दिती है। जुलम खत्म कर ली, जंग दे मैदान जूझना। एक किरपा प्लस आन है। एक गरीब ते किरपा, शस्त्र जरवाने की पख्या ली है। गौ गरीब की रख्या, जरवाने की पख्या। एक नहीं दो शमशीरां पहनिया होया धन गुरु हरगोबिंद पातशाह महाराज ने। ਇਹ ਤਾਂ ਭਵਿੱਖਤ ਬਚਨ ਪਹਿਲੇ ਹੀ ਕਰ ਦਿੱਤੇ ਸਨ। ਬ੍ਰਹਮ ਗਿਆਨੀ ਬਾਬਾ ਬੁੱਢੇ ਨੇ, ਜਿਨ੍ਹਾਂ ਨੇ 113 ਸਾਲ ਗੁਰੂ ਸਾਹਿਬ ਦੇ ਘਰ ਦੀ ਸੇਵਾ ਕੀਤੀ, 8 ਗੁਰੂ ਸਾਹਿਬਾਂ ਨੇ ਦਰਸ਼ਨ ਕੀਤੇ, ਪ੍ਰਤੱਖ 6 ਗੁਰੂ ਸਾਹਿਬਾਂ ਨੇ ਸੇਵਾ ਚ ਕੀਤੇ, ਤੇ 3 ਗੁਰੂ ਸਾਹਿਬ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹੋਏ, ਤੇ 3 ਗੁਰੂ ਸਾਹਿਬਾਂ ਨੂੰ ਸ਼ਸਤਰ ਵਿਦਿਆ ਵੀ ਸਿਖਾਈ ਹੈ ਬਾਬਾ ਬੁੱਢਾ ਹੀ ਨੇ। ਧੰਨ ਗੁਰੂ ਅਰਜਨ ਸਾਹਿਬ ਸ਼ਸਤਰ ਵਿਦਿਆ ਚ ਨਿਪੁੰਨ ਨੇ। अपने विआह ते जो जाते ना बरात लैके नेजा मार के वो जड़ा जंड का दरखत सी उन्होंने जड़ा समेत पुट देंदे ने। गुरुद्वारा मऊ साहब घोड़ा भावें ते शहीद हो गया, जोधे धन गुरु अर्जन साहब जी। गुरु अर्जन साहब ने शस्त्र विद्या सिखाई, धन गुरु हरगोबिंद साहब ने शस्त्र विद्या सिखाई, गुरु तेग बहादुर ने ब्रह्म ज्ञानी बाबा बुढ़े ने शस्त्र विद्या सिखाई है। ते बाबा बुढ़े की शमशीर अज भी श्री अकाल तख्त ਸਾਹਿਬ सुशोभित है। बाबा बुढ़ा जी ते बाबा बुढ़े ने भविखत बचन कीते सन। मां गंगा तू इच्छा लैके ही इत्थे गुरुद्वारा बीड़ साहब जिथे अज भी हजारां नहीं लखां बीबियां जांदियां अरदासां करदियां, बाबा बुढ़ा जी पुत्तर दी दात सानू मिल जावे। अरदासां हुंदियां, अरदासां प्रवान हुंदियां, क्योंकि ब्रह्म ज्ञानी किते जांदा थोड़ी, ब्रह्म ज्ञानी सद जीवै नहीं मरता। ओ ब्रह्म ज्ञानी पुरख, ओ गुरसिख जिन्हें चरने धूड़ सतगुर मंगदे, गुरसिखा की हर धूड़ दे हम पापी पीगत पाए। गुरु रामदास जी फरमाते जन नानक धूड़ मंगे तिस गुरसिख की, जो आप जपै अवरह नाम जपावे। ऐसे ब्रह्म ज्ञानी बाबा बुढ़े ने भविखत बचन किया। 21 असू नूं माता गंगा जी आए सन, 14 साल तो उपर समा हो गया, घर संतान नहीं। मां की इच्छा लेके कहेंगे एक पुत्र दी दात मिल जाए। पुत्र पुत्र नहीं महाबली सूरमा होवेगा। गंडा भन्निया मुक्की मार के मां की देखते हैं जिदा असी गंडा भन्निया मुक्की मार के वो जालमा दुष्टा सिर जंग दे भन्निया करेगा। इदा ही उस समय आकाश से बदल छा गए, बदल गरजन लगे। दूजा भविखत बचन किया बाबा बुढ़े ने, कहेंगे मां तेरा महाबली सूरमा पुत्र इदा जंग दे मैदान गरजेगा जिदा आकाश बदल गरजते पे हैं। सत श्री अकाल। उन्दी शेर वर्गी बब्बर शरी गरज सुन के वेरे नूं भाजना पै जाणगियां। आकाश च बिजली चमकन लगी, जिदा मां गंगा आकाश बिजली चमकदी पई है, उहदे हाथे पकड़ी शमशीर इदा जंग दे चमकेगी। उहदी शमशीर दी चमक नूं देख के वैरी थर थर कंब उठणगे। नाल ही कहणगे निमी निमी वरखा होण लगी। तो जोधा महाबली सूरमानी बड़ा परोपकारी भी होवेगा। जिदा ये बूंदा बंदी हो रही है, वरखा हो रही है, किनमिन पै रही है, इदां ही वो नाम दी किनमिन, नाम दा अमृतमय प्यार दा उपदेश संसार नूं देवेगा। संत भी ते सिपाही भी इस तरीके गुरु घर च देग भी ते तेग भी। लोड़वंद लई देग है, जितना मर्जी लंगर छको पाई, ते जे कोई सिर फिर आंदा उहदे लई तेग भी तैयार है। इत्थे देग तेग दी बात है। देग तेग फतेह, देग तेग जग में दो चले।
ਇਹ ਸਿਧਾਂਤ ਕਹਿਣਗੇ ਸਤਿਗੁਰ ਫਰਮਾਉਂਦੇ, ਕਹਿਣਗੇ ਖਾਲਸਾ ਪੰਥ ਗਰਜੇਗਾ, ਸਾਡਾ ਪੋਤਰਾ ਖਾਲਸੇ ਪੰਥ ਦੀ ਸਾਰਜਨਾ ਕਰੇਗਾ, ਉਹ ਖਾਲਸਾ ਜੰਗ ਨੇ ਗਰਜੇਗਾ। ਤੇ ਪਿਆਰਿਓ ਤਖਤ ਹਿਲਾ ਦਿੱਤਾ। ਮੁਗਲ ਜਿਹੜੇ ਸਦੀਆਂ ਤੋਂ ਰਾਜ ਕਰਦੇ ਪਏ ਸਨ, ਗੁਰੂ ਸਾਹਿਬ ਨੇ ਰਾਜ ਦਿੱਤਾ ਸੀ ਬਾਬਰ ਨੂੰ, ਇਨਸਾਫ ਕਰੀ ਭਾਈ। ਪਰ ਉਹ ਇਨਸਾਫ ਆਪਣੀ ਬੇਇਨਸਾਫੀ ਜਦੋਂ ਕਰਨ ਲੱਗੇ, ਫਿਰ ਪਿਆਰਿਓ ਖਾਲਸਾ ਪੰਥ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਨਾਲ ਐਸਾ ਖਾਲਸਾ ਪੰਥ ਪ੍ਰਗਟ ਹੋਇਆ। ਕਹਿੰਗੇ ਦੇਖੋ ਕੀ ਹੋਇਆ, ਭੂਰਿਆਂ ਵਾਲੇ ਰਾਜੇ ਕੀਤੇ। ਤੁਹਾਨੂੰ ਪ੍ਰਕਲ ਭੂਰਾ ਹੈ, ਕੰਬਲੀ ਹੈ, ਪਰ ਉਹਨਾਂ ਨੂੰ ਸਤਿਗੁਰ ਨੇ ਰਾਜੇ ਬਣਾ ਦਿੱਤਾ। ਮੁਗਲਾਂ ਜ਼ਹਿਰ ਪਿਆਲੇ ਪੀਤੇ, ਮੁਗਲ ਡਰਦੇ ਹਨ ਕਿਤੇ ਖਾਲਸਾ ਨਾ ਆ ਜਾਵੇ। ਜ਼ਹਿਰ ਦੇ ਪਿਆਲੇ ਪੀ ਲੈਂਦੇ ਸੀ, ਪਹਿਲੇ ਹੀ ਮਰ ਜਾਈਏ, ਕਿਤੇ ਖਾਲਸੇ ਤੋਂ ਨਾ ਮਰੀਏ, ਤੜਪ ਕੇ ਮਰਾਂਗੇ, ਪਹਿਲੇ ਜ਼ਹਿਰ ਪੀ ਲੈਂਦੇ ਸਨ। ਇਹ ਬੋਲ ਲੈਂਦੇ ਸਨ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਹੋਰ ਡਰਦੇ ਸਨ, ਕਹਿੰਦੇ ਜਾਗੋ ਵੀ ਜਾਗੋ, 12 ਵੱਜ ਗਏ, ਸਿੱਖਾਂ ਦੇ 12 ਵੱਜ ਗਏ, ਕਿਉਂਕਿ ਸਿੱਖ 12 ਵਜੇ ਹੱਲਾ ਕਰਦੇ ਸਨ। 22 ਹਜ਼ਾਰ ਹਿੰਦੁਸਤਾਨ ਦੀਆਂ ਬਹੁਤ ਬੇਟੀਆਂ ਲੜਕਿਆਂ ਚੁੱਕ ਕੇ ਲੈ ਕੇ ਜਾਂਦਾ ਪਿਆ। ਨਾਦਰ ਸ਼ਰਗਾ, ਅਹਿਮਦ ਸ਼ਬਦਾਲੀ ਵਰਗੇ ਲੈ ਕੇ ਜਾਂਦੇ ਹਨ। ਤੇ ਪੱਤ ਬਚਾਉਣ ਵਾਲਾ ਕੌਣ ਹੈ? ਗੁਰੂ ਕਾ ਖਾਲਸਾ। ਖਾਲਸਾ ਗਰਜਦਾ, ਡਰਦੇ ਸਨ। ਰਾਤ ਦੇ 12 ਵੱਜ ਗਏ, ਸਿੱਖਾਂ ਦੇ 12 ਵੱਜ ਗਏ, ਧਿਆਨ ਸੁਚੇਤ ਹੋ ਜਾਓ, ਉਹਨਾਂ ਨੇ ਹਮਲਾ ਕਰ ਦੇਣਾ। ਥਰ ਥਰ ਉਹਨਾਂ ਰਾਤ ਦੀਆਂ ਨੀਂਦਾਂ ਉੱਡ ਗਈਆਂ ਸੀ। ਪਰ ਇਸ ਤਾਂ ਕਈ ਵਾਰ ਮਜ਼ਾਕ ਬਣਾ ਲੈਂਦੇ ਲੋਕ ਤਾਂ, ਪਰ ਸੱਚਾਈ ਹੈ ਗੁਰੂ ਕਾ ਖਾਲਸਾ। ਇਹ ਭਵਿੱਖਤ ਬਚਨ ਗੁਰੂ ਹਰਗੋਬਿੰਦ ਸਿੰਘ ਨੇ ਕਰਤੇ, ਕਹਿੰਦੇ ਖਾਲਸਾ ਗਰਜੇਗਾ ਜੰਗ ਦੇ ਮੈਦਾਨ 'ਚ। ਉਹ ਖਾਲਸਾ ਜਿਸ ਨੂੰ ਸਾਡੇ ਪੋਤਰੇ ਨੇ ਸਾਜਣਾ ਹੈ। ਦੇਖਤ ਰਹੀ ਹੈ ਜੰਗ ਘਨੇਰੇ, ਤੂੰ ਐ ਨਾਰਦ ਮੁਨੀ ਤੂੰ ਦੇਖੀ, ਤੈਨੂੰ ਦੇਵੀ ਸ਼ਕਤੀ ਮਿਲੀ ਹੈ, ਉਸ ਪਾਰ ਬ੍ਰਹਮ ਪਰਮੇਸ਼ਰ ਤੂੰ ਦੇਖ ਸਕਦਾ। ਦੇਖੀ ਫਿਰ ਕਿਸ ਤਰੀਕੇ ਜੰਗ ਦੇ ਮੈਦਾਨ 'ਚ ਵੈਰੀ ਨੂੰ ਭਾਜਣਾ ਪੈਣਗੀਆਂ। ਅਬ ਤੇ ਛਿਰਹਿ ਰਹਿ ਚਿਰ ਬੇਰੇ, ਬੜਾ ਲੰਮੇਰਾ ਸਮਾਂ ਇਹ ਜੰਗ ਜਦੋਂ ਹੋਣੇ ਹਨ। ਸੁਨ ਨਾਰਦ ਆਨੰਦਤ ਹੋਵਾ, ਸੁਣ ਕੇ ਨਾਰਦ ਮੁਨੀ ਆਨੰਦਿਤ ਹੋ ਗਿਆ, ਬੜਾ ਖੁਸ਼ ਹੋਇਆ। ਕਹਿੰਦਾ ਬੜਾ ਲੰਮਾ ਸਮਾਂ ਗਿਆ ਸੀ, ਕਿਤੇ ਜੰਗ ਯੁੱਧ ਨਹੀਂ ਦੇਖਿਆ। ਕਈਆਂ ਨੂੰ ਚਾਹ ਹੁੰਦਾ ਨਾ, ਫਿਲਮਾਂ ਵੀ ਦੇਖਦੇ, ਆਪਾਂ ਜੰਗ ਵਾਲੀ ਕੋਈ ਲੜਾਈ ਵਾਲੀ ਫਿਲਮ ਦੇਖੀਏ, ਅੰਦਰ ਹੀ ਐਸੀ ਕੋਈ ਭਾਵਨਾ ਹੁੰਦੀ। ਨਾਰਦ ਮੁਨੀ ਕਹਿੰਦਾ ਕਿਤਨਾ ਸਮਾਂ ਹੋ ਗਿਆ ਮੈਂ ਜੰਗ ਯੁੱਧ ਨਹੀਂ ਦੇਖਿਆ। ਤੇ ਧੰਨ ਗੁਰੂ ਹਰਗੋਬਿੰਦ ਸਿੰਘ ਨੇ ਭਵਿੱਖ ਦੱਸਿਆ, ਕਹਿੰਦਾ ਹੁਣ ਜੰਗ ਯੁੱਧ ਹੀ ਦੇਖੇਗਾ, ਤੇ ਯੁੱਧ ਵੀ ਐਸਾ ਧਰਮ ਯੁੱਧ ਹੋਵੇਗਾ। ਇੱਥੇ ਦੁਸ਼ਟਾਂ ਨਾਸ਼ ਕਰਨਾ। ਤੂੰ ਪਹਿਲਾਂ ਯੁੱਧ ਦੇਖੇ ਹੋਣਗੇ ਜਿੱਥੇ ਧਰਮੀਆਂ ਨੂੰ ਮਾਰਿਆ ਜਾਂਦਾ ਹੈ, ਹੁਣ ਅਧਰਮੀਆਂ ਦਾ ਅੰਤ ਕਰਨ ਲਈ ਜਿੱਥੇ ਸਾਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਸਮਰੱਥਾ ਦਿੱਤੀ ਹੈ, ਉੱਥੇ ਸਾਡਾ ਪੋਤਰਾ ਵੀ ਇਹੀ ਕਾਰਜ ਕਰੇਗਾ। ਇਸੇ ਕਾਰਜ ਲਈ ਉਸ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਭੇਜਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਬਚੇ, ਹਮ एक काज जगत मोह आए, धर्म हेत गुरुदेव पठाए, जहां तहां तुम धर्म बिथारो, दुष्ट दोखिन पकड़ पछारो। ਉਹਨਾਂ ਦੁਸ਼ਟਾਂ ਦਾ ਅੰਤ ਕਰਨ ਲਈ ਇਹ ਜੰਗ ਜਦੋਂ ਹੋਣੇ ਹਨ। ਨਮੋ ਕਰਤ ਉਠ ਤਬੈ ਖਰੋਵਾ, ਤੇ ਇਹ ਨਾਰਦ ਮੁਨੀ ਬੜਾ ਪ੍ਰਸੰਨ ਹੋਇਆ। ਸੁਨ ਨਾਰਦ ਆਨੰਦਿਤ ਹੋਵਾ, ਖੁਸ਼ ਹੋ ਕੇ ਹੱਥ ਜੋੜ ਕੇ ਨਮੋ ਕੀਤੀ, ਨਮਸਕਾਰ ਕੀਤੀ ਧੰਨ ਗੁਰੂ ਹਰਗੋਬਿੰਦ ਦੇ ਚਰਨ 'ਚ। ਨਮੋ ਕਰਤ ਉਠ ਤਬੈ ਖਰੋਵਾ, ਨਮਸਕਾਰ ਕਰਕੇ ਖੜਾ ਹੋਇਆ ਹੈ। ਗਮਨਿਓ ਸੁਰਪੁਰ ਸੁਰਨ ਮਝਾਰਾ, ਤੇ ਵਾਪਸ ਆਪਣੇ ਸੁਰਪੁਰ ਚਲਾ ਗਿਆ ਹੈ। ਇਸ ਤਰੀਕੇ ਖੁਸ਼ੀਆਂ ਲੈ ਕੇ ਆਨੰਦਿਤ ਹੋ ਕੇ, ਹੁਣ ਗੁਰੂ ਦਾ ਦਾਰੀ ਐਸਾ ਹੈ, ਇੱਥੇ ਕੋਈ ਵੀ ਆਵੇ ਖਾਲੀ ਥੋੜੀ ਜਾਂਦਾ। ਇੱਥੇ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰ ਖੁਸ਼ੀਆਂ ਬਖਸ਼ਦੇ, ਕੋਈ ਵੀ ਆ ਜਾਵੇ, ਜੋ ਆਵੇ ਸੋ ਰਾਜੀ ਜਾਵੇ। ਕਿਉਂਕਿ ਗੁਰੂ ਕੀ ਹੈ? ਗੂ ਦਾ ਅਰਥ ਹਨੇਰਾ, ਰੂ ਦਾ ਅਰਥ ਚਾਨਣ। ਜਿੱਥੇ ਅਗਿਆਨਤਾ ਦਾ ਹਨੇਰਾ ਸਤਿਗੁਰ ਦੂਰ ਕਰਦੇ, ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰਦੇ ਹਨ, ਉੱਥੇ ਤਾਂ ਭਾਈ ਇਸੇ ਸੇ ਸਤਿਗੁਰ ਫਰਮਾਉਂਦੇ, ਗੁਰੂ ਗੁਰੂ ਗੁਰ ਕਰ ਮਨ ਮੋਰ। ਅਸੀਂ ਹੋਰ ਬੜੇ ਕੰਮ ਧੰਦੇ ਕਰਦੇ ਹਨ ਸੁੱਖ ਲੈਣ ਲਈ, ਦਰ ਦਰ ਤੇ ਭਟਕਣ ਲੱਗ ਪੈਂਦੇ ਆ, ਪਰ ਜਿੱਥੋਂ ਸੁੱਖ ਮਿਲਣਾ ਉਧਰੋਂ ਅਸੀਂ ਪਿੱਠ ਦਿਖਾ ਲੈਂਦੇ ਆ। ਗੁਰੂ ਤੇਗ ਬਹਾਦਰ ਜੀ ਨੂੰ ਮਹਾਰਾਜ ਨੂੰ ਕਹਿਣਾ ਪਿਆ, ਕਹਿੰਗੇ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ,
ਚਾਹੁੰਦਾ ਸੋਖੇ ਮਿਲਦੇ ਦੁੱਖ ਕਾਰਨ ਕੀ ਕਹਿੰਗੇ ਕਾਰਨੇ ਵੇ ਕੁੱਤੇ ਤਰ੍ਹਾਂ ਦਰ ਦਰ ਤੇ ਭਟਕਦਾ ਪਿਆ। ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਜਿਹੜੇ ਦਾਸ ਨੇ ਜਣੇ ਖਣੇ ਅੱਗੇ ਉਹਨਾਂ ਦੀ ਸੇਵਾ ਕਰਨ ਲੱਗਿਆ। ਸੇਵਾ ਕਰਨੀ ਗੁਰੂ ਦੀ ਕਰ। ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਰਾਮ ਦਾ ਭਜਨ ਕਰ ਭਾਈ ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਗੁਰੂ ਦੀ ਸ਼ਰਨ ਆ ਕੇ ਪਾਰ ਬ੍ਰਹਮ ਪਰਮੇਸ਼ਰ ਗੁਰੂ ਜੀ ਪਰਮੇਸ਼ਰ ਸ਼ਰਨ ਚ ਲੈ ਜਾਂਦੇ ਸਾਨੂੰ। ਪਿਆਰਿਓ ਸੁਖ ਗੁਰੂ ਚਰਨ ਚੋਂ ਮਿਲਨੇ। ਜੇ ਗੁਰੂ ਗੁਰੂ ਨਹੀਂ ਕਰਾਂਗੇ ਫਿਰ ਮਰੂ ਮਰੂ ਹਾਏ ਮੈਂ ਮਰ ਗਿਆ ਹਾਏ ਦੁੱਖ ਇਹ ਟੈਨਸ਼ਨਾਂ ਚਿੰਤਾਵਾਂ। ਚਿੰਤਤ ਹੀ ਦਿਸੈ ਸਭ ਕੋਏ ਚੇਤੈ ਏਕ ਤਹੀਂ ਸੁਖ ਹੋਏ। ਮੈਂ ਮੇਰੀ ਦੇ ਚੱਕਰ ਫਸ ਜਾਂਦਾ ਹੈ। ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ ਦਿਨੇ ਵੀ ਰਾਤੀ 24 ਘੰਟੇ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਈ ਨਾ ਮਿਟਿਆ ਦਾਤ। ਜਿਸ ਗੁਰੂ ਦੀ ਬਖਸ਼ਿਸ਼ ਨੂੰ ਕੋਈ ਦੁਨੀਆ ਤਾਕਤ ਮਿਟਾ ਨਹੀਂ ਸਕਦੀ। ਗੁਰ ਪਰਮੇਸ਼ਰ ਏਕੋ ਜਾਣ ਗੁਰ ਪਰਮੇਸ਼ਰ ਏਕੋ ਜਾਣ। ਗੁਰ ਪਰਮੇਸ਼ਰ ਏਕੋ ਜਾਣ। ਮਾਈ ਰੋ ਰਹੀ ਹੈ। ਭਾਈ ਗੁਰਦਾਸ ਜੀ ਕਹਿੰਗੇ ਗੁਰੂ ਹਰਗੋਬਿੰਦ ਦੇ ਦਰ ਤੋਂ ਹਰੀ ਰੋ ਕਿਉਂ ਰਹੀ ਹੈ? ਕਹਿੰਗੇ ਸਾਰੀਆਂ ਆਸਾਂ ਟੁੱਟ ਗਈਆਂ। ਆਸ ਲੈ ਕੇ ਆਈ ਸੀ ਤੋਂ ਪੁੱਤਰ ਦੀ ਦਾਤ ਮਿਲੇਗੀ। ਪਰ ਅੱਜ ਗੁਰੂ ਹਰਗੋਬਿੰਦ ਸਿੰਘ ਜਵਾਬ ਦੇ ਦਿੱਤਾ ਹੈ। ਕਹਿੰਗੇ ਮਾਈ ਬੜੀ ਕਮੀ ਹੈ ਤੇਰੇ 'ਚ। ਵੱਡੀ ਕਮੀ ਤੇਰੇ ਵਿੱਚ ਵਿਸ਼ਵਾਸ ਹੀ ਨਹੀਂ ਭਰੋਸੇ ਨਹੀਂ। ਤੂੰ ਗੁਰੂ ਨੂੰ ਕੀ ਜਾਣਿਆ ਸਰੀਰ ਸਮਝਿਆ ਬਸ। ਇਹਨਾਂ ਦੇ ਦੀਦਾਰ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢੇ ਨੇ ਕਹਿਤਾ ਸੀ ਨਾਮ ਕਰਕੇ ਹਰ ਗੋਬਿੰਦ। ਹਰੀ ਵੀ ਹੈ ਤੇ ਗੋਬਿੰਦ ਵੀ ਚੇਤਨਾ। ਫਿਰ ਹਰ ਰਾਏ ਸਤਵੇਂ ਪਾਤਸ਼ਾਹ ਸ਼੍ਰੀ ਹਰ ਰਾਏ ਫਿਰ ਅਠਵੇਂ ਪਾਤਸ਼ਾਹ ਸ਼੍ਰੀ ਹਰਕ੍ਰਿਸ਼ਨ। ਤਿੰਨ ਗੁਰੂ ਸਾਹਿਬਾਨ ਨਾਮ ਨਾਲ ਹਰ ਲੱਗਾ ਹੋਇਆ ਹੈ। ਹਰ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਧ ਪਰਮੇਸ਼ਰ ਦਾ ਨਾਮ ਹਰ ਆਇਆ। ਹਾ ਹਾ ਰਾਰੇ ਨੂੰ ਸਿਆਰੀ ਹਰੀ ਹਰ ਲਿਖਿਆ ਹਰੀ ਵੀ ਕਹਿ ਦਿੰਦੇ ਆਪਾਂ। 9900 ਵਾਰ ਆਇਆ ਕਿਤੇ ਵੱਧ ਗਿਣਤੀ ਚ ਹਰ। ਗੁਰੂ ਅਰਜਨ ਸਿੰਘ ਨੇ ਅੱਗੇ ਕੀਤਾ ਬਾਬਾ ਬੁੱਢੇ ਵਧਾਈ ਦੇਣ ਲੱਗੇ ਤੁਹਾਨੂੰ ਵਧਾਈ ਹੋਏ ਤੁਹਾਡੇ ਘਰ ਬਾਲਕ ਆਇਆ ਪੁੱਤਰ ਆਇਆ। ਕਹਿੰਗੇ ਤੁਸੀਂ ਅਰਦਾਸ ਕੀਤੀ ਤੁਹਾਡੇ ਬਚਨ ਹੋਏ ਸਾਨੂੰ ਇਹ ਦਾਤ ਮਿਲੀ ਹੈ। ਗੁਰੂ ਨਾਨਕ ਨੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਉੱਠਾ ਕਿਨੀ ਦਾਤ ਪਰ ਅਰਦਾਸ ਤੋਂ ਸਿੱਖਦੀ ਲੋ। ਗੋਦ ਚ ਲਿਆ ਮੱਥਾ ਚੁੰਮਿਆ ਨਾਮ ਵੀ ਤੁਸੀਂ ਰੱਖੋ। ਬਾਬਾ ਬੁੱਢੇ ਨਾਮ ਤੁਸੀਂ ਰੱਖਣਾ ਹੈ। ਕਹਿੰਗੇ ਇਹ ਤਾਂ ਹਰ ਹੈ ਇਹ ਤਾਂ ਗੋਬਿੰਦ ਹੈ। ਹਰ ਗੋਬਿੰਦ ਨਾਮ ਰੱਖਿਆ। ਹਰ ਗੋਬਿੰਦ ਗੁਰੂ ਹਰ ਗੋਬਿੰਦ ਹਰੀ ਰੂਪ ਗੋਬਿੰਦ ਰੂਪ। ਤੇ ਭਾਈ ਗੁਰਦਾਸ ਜੀ ਕੀ ਕਹਿੰਗੇ ਮਾਂ ਤੈਨੂੰ ਵਿਸ਼ਵਾਸ ਨਹੀਂ ਹਰ ਗੋਬਿੰਦ ਨੇ ਗੁਰੂ ਹਰ ਗੋਬਿੰਦ। ਲੈ ਪਕੜ ਕਾਗਜ਼ ਲੈ ਪਕੜ ਕਲਮ ਜਾ ਕੇ ਇਹ ਕਹਿਣਾ ਦਾਤਾ ਜੀ ਜੇ ਉੱਥੇ ਨਹੀਂ ਲਿਖਿਆ ਮੇਰੇ ਭਗਤ ਇੱਥੇ ਲਿਖ ਦਵੋ। ਹੁਣ ਵਿਸ਼ਵਾਸ ਬਣ ਗਿਆ। ਭਾਈ ਗੁਰਦਾਸ ਨੇ ਵਿਸ਼ਵਾਸ ਵਾਲੀ ਭਾਵਨਾ ਬਣਾਤੀ। ਗੁਰੂ ਹਰਗੋਬਿੰਦ ਸਾਹਿਬ ਕੋਲ ਗਈ ਦਾਤਾ ਜੀ ਪੁੱਤਰ ਦੀ ਦਾ ਮਾਈ ਤੈਨੂੰ ਕਿਹਾ ਨਹੀਂ ਤੇਰੇ ਭਾਗੇ 'ਚ ਨਹੀਂ ਲਿਖਿਆ ਪਰਮੇਸ਼ਵਰ ਨੇ। ਕਹਿਣ ਲੱਗੀ ਦਾਤਾ ਜੀ ਉੱਥੇ ਨਹੀਂ ਲਿਖਿਆ ਇੱਥੇ ਲਿਖ ਦਵੋ। ਦੇਖਿਆ ਮਾਈ ਅੰਦਰ ਪੂਰਨ ਭਰੋਸਾ ਏ। ਗੁਰ ਪਰਮੇਸ਼ਰ ਇੱਕੋ ਜਾਣ। ਜਦੋਂ ਇਹ ਜਾਣਿਆ ਤੇ ਧੰਨ ਗੁਰੂ ਅਰਜਨ ਨੇ ਕਾਗਜ਼ ਪਕੜ ਲਿਆ ਕਲਮ ਨਾਲ ਲਿਖ ਦਿੱਤਾ। ਫਿਰ ਇੱਕ ਨਹੀਂ 7 ਪੁੱਤਰ। ਅੱਜ ਤੁਸੀਂ ਪਿੰਡ ਚੱਬੇ ਚਲੇ ਜਾਓ ਤਰਨਤਾਰਨ ਰੋਡ ਤੇ ਜਿਸ ਮਾਈ ਦੀ ਕੁੱਖ ਤੋਂ ਕੋਈ ਸੰਤਾਨ ਨਹੀਂ ਕੋਈ ਧੀ ਨਹੀਂ 7 ਪੁੱਤਰ ਪੈਦਾ ਹੋਏ। ਅੱਜ ਹੀ ਉਹਨਾਂ ਦੀ ਵੰਸ਼ ਚਲਦੀ ਪਈ ਹੈ। ਗੁਰ ਪਰਮੇਸ਼ਰ ਇੱਕੋ ਜਾਣ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਭਵਿੱਖਤ ਬਚਨ ਕੀਤਾ ਦਰਸ਼ਨ ਕੀਤੇ। ਨਾਰਦ ਮੁਨੀ ਖੁਸ਼ ਹੋ ਗਿਆ। ਪ੍ਰਸੰਨ ਹੋਏ ਦੇਵਤੇ ਵੀ ਆ ਕੇ ਚਰਨ 'ਚ ਮੱਥਾ ਟੇਕ ਕੇ ਖੁਸ਼ੀਆਂ ਲੈ ਰਹੇ। ਖੁਸ਼ੀਆਂ ਕਿੱਥੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਸ ਸਤਿਗੁਰ ਤੇਰੀ ਨਜ਼ਰ ਚਾਹੀਦੀ ਏ। ਤੇਰੀ ਨਜ਼ਰ ਹੋ ਜੇ ਸਾਰੀਆਂ ਦਾਤਾਂ ਮਿਲ ਗਈਆਂ। ਜੇ ਗੁਰੂ ਦੀ ਨਜ਼ਰ ਨੇ ਫਿਰ ਕੁਛ ਨਹੀਂ ਜਨ ਵਿਅਰਥ ਚਲਾ ਗਿਆ। ਇਸ ਵਾਸਤੇ ਭਾਈ ਗੁਰੂ ਵਾਲੇ ਬਣ ਕੇ ਗੁਰੂ ਕੇ ਜਹਾਜ਼ੇ ਚੜਨਾ
ਵਾਹਿਗੁਰੂ ਨਾਮ ਜਹਾਜ ਹੈ ਚੜੈ ਸੋ ਤਰੈ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ। ਧੰਨ ਗੁਰੂ ਹਰਗੋਬਿੰਦ ਨੇ ਨਾਰਦ ਮੁਨੀ ਜੀ ਨੂੰ ਸੱਚੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ। ਗੁਰ ਪ੍ਰਸੰਗ ਤੈ ਸਰਬ ਉਚਾਰਾ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਦੇਵਪੁਰੀ ਚਲਾ ਗਿਆ, ਉੱਥੇ ਜਾ ਕੇ ਸਤਿਗੁਰ ਦੇ ਪ੍ਰਸੰਗ ਜੋ ਦੇਖ ਕੇ ਦਰਸ਼ਨ ਕੀਤੇ ਹਨ, ਖੁਸ਼ੀਆਂ ਲੈ ਕੇ ਖੁਸ਼ੀਆਂ ਸਾਂਝੀਆਂ ਕਰਦਾ ਹੈ। ਸੋ ਨਿਸ ਦਿਨ ਸਤਿਗੁਰੂ ਬਿਤਾਏ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਹ ਦਿਨ ਵੀ ਬਿਤਾਇਆ, ਇਧਰ ਰਾਤ ਵੀ ਲੰਘ ਗਈ ਹੈ। ਸੁਭਟ ਹਕਾਰੇ ਨਿਕਟ ਬਿਠਾਏ। ਧੰਨ ਗੁਰੂ ਹਰਗੋਬਿੰਦ ਨੇ ਆਪਣੇ ਕੋਲ ਬੁਲਾ ਲਏ ਸੂਰਮੇ ਸਿੰਘ, ਜਿਨ੍ਹਾਂ ਨੇ ਬੜੀ ਭਗਤੀ ਕੀਤੀ ਸੀ, ਅੰਦਰੋਂ ਸੂਰਮੇ ਬਣ ਗਏ ਹਨ। ਹੁਣ ਬਾਹਰ ਵੀ ਸ਼ਸਤਰਾਂ ਦੀ ਲੋੜ ਹੈ, ਕਿਉਂਕਿ ਸਮਾਂ ਐਸਾ ਚੱਲ ਰਿਹਾ ਹੈ। ਜਹਾਂਗੀਰ ਬਾਦਸ਼ਾਹ ਬੜਾ ਜ਼ੁਲਮ ਕਰਦਾ, ਪਰ ਹੁਣ ਉਹਨੇ ਸ਼ਰਨ ਲੈ ਲਈ ਹੈ। ਗੁਰੂ ਹਰਗੋਬਿੰਦ ਸਾਹਿਬ ਚਰਨਾਂ 'ਚ ਮਾਫੀਆਂ ਮੰਗਦਾ ਹੈ, ਪਰ ਅੱਗੇ ਦਾ ਉਹਦਾ ਪੁੱਤਰ ਸ਼ਾਹਜਹਾਂ ਉਹਨੇ ਹਮਲੇ ਕਰਵਾਣੇ ਹਨ, 4 ਜੰਗਾਂ ਹੋਣੀਆਂ ਹਨ, ਉਹਦੀਆਂ ਤਿਆਰੀਆਂ ਸਤਿਗੁਰੂ ਜੀ ਕਰਨ ਲੱਗੇ ਹਨ। ਕਰੀ ਨਦਰ ਮਹਿ ਸਗਰੀ ਸੈਨਾ। ਸਤਿਗੁਰੂ ਨੇ ਸੈਨਾ ਤਿਆਰ ਕੀਤੀ, ਫੌਜ ਤਿਆਰ ਕਰਨ ਲੱਗੇ ਹਨ। ਇਹ ਸ਼ਾਸਤਰ ਜੋ ਜਿਸ ਢਿਗ ਹੈ ਨਾ। ਸਤਿਗੁਰੂ ਜੀ ਨੇ ਬਚਨ ਕੀਤੇ, ਭਾਈ ਜਿਨ੍ਹਾਂ ਕੋਲ ਸ਼ਸਤਰ ਨਹੀਂ ਉਹ ਸ਼ਸਤਰ ਸਾਡੇ ਕੋਲੋਂ ਲੈ ਲਵੋ। ਬਖਸ਼ੇ ਤੇਗੇ ਖੜਗ ਦੁਧਾਰੇ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਖੜਗ ਕਿਰਪਾਨਾਂ, ਤੇਗਾਂ, ਖੜਗਾਂ, ਬੰਦੂਕਾਂ ਬਖਸ਼ਿਸ਼ ਕੀਤੀਆਂ ਹਨ। ਦਰਮਿਆਨੀ ਚੌਰੇ ਬਢਵਾਰੇ। ਛੋਟੇ ਆਕਾਰ ਦੀਆਂ ਵੀ ਤੇ ਵੱਡੇ ਵੱਡੇ ਆਕਾਰ ਦੀਆਂ ਤੇਗਾਂ ਬਖਸ਼ਿਸ਼ ਕੀਤੀਆਂ ਹਨ। ਸੈਫ ਸਰੋਹੀ ਜਾਤ ਜੁਨਬੀ। ਸੈਫ ਵੀ, ਸਰੋਹੀ ਵੀ ਤੇ ਜਨਬੀ, ਰੋਮ ਦੇਸ਼ ਦੇ ਜਨਬ ਸ਼ਹਿਰ ਦੀਆਂ ਫੁੱਲਾਦ ਨਾਲ ਤਿਆਰ ਕੀਤੀਆਂ ਵੱਡੀਆਂ ਤੇਗਾਂ ਵੰਡਦੇ ਪਏ ਹਨ। ਮਹਿਦ ਫੁਲਾਦੀ ਤੇ ਜੋ ਹਲਬੀ। ਮਹਿਦ ਫੁਲਾਦੀ। ਹੁਣ ਸੂਰਮਾ ਹੋਵੇ ਤਕੜਾ ਤੇ ਸ਼ਸਤਰ ਕਮਜ਼ੋਰ ਹੋਵੇ ਤਾਂ ਵੀ ਗੱਲ ਨਹੀਂ ਬਣਦੀ, ਸ਼ਸਤਰ ਵੀ ਤਕੜਾ ਚਾਹੀਦਾ ਹੈ। ਅੱਜ ਕੱਲ ਦੇਖਦੇ ਨਕਲੀ ਕਿਰਪਾਨਾਂ ਬੜੀਆਂ, ਤਲਵਾਰਾਂ ਜਿਨ੍ਹਾਂ ਆਖਦੇ ਆਪਾਂ, ਗੁਰੂ ਕੇ ਸਿੰਘ ਨੇ ਕਿਰਪਾਨ ਧਾਰਨ ਕਰਨੀ ਹੋਵੇ ਵੀ ਸਰਬਲੋ ਦੀ। ਹੁਣ ਜੰਗ ਦੇ ਮੈਦਾਨ ਜੂਝਨੇ ਤਿਆਰ ਬਰ ਤਿਆਰ ਨੇ, ਪਤਾ ਨਹੀਂ ਕਿੱਥੇ ਲੋੜ ਪੈ ਜਾਵੇ। ਤੇ ਪਿਆਰਿਓ ਇਸ ਤਰੀਕੇ ਧੰਨ ਗੁਰੂ ਹਰਗੋਬਿੰਦ ਨੇ ਪਹਿਲਾਂ ਹੀ ਤਿਆਰੀ, ਹੁਣ ਪਤਾ ਹੈ ਜੰਗ ਜੋਧ ਦਾ ਸਮਾਂ ਆ ਰਿਹਾ, ਹੁਣ ਪਿਆਸ ਲੱਗੇ ਤੇ ਮਨੁੱਖਾ ਕਿ ਵੀ ਖੂਹ ਪੁੱਟ ਲਈਏ, ਫਿਰ ਤਾਂ ਭਾਈ ਦੇਰੀ ਹੋ ਜਾਏਗੀ। ਇਸ ਵਾਸਤੇ ਪਹਿਲੇ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਮੁਗਲ ਪਠਾਨਾ ਭਈ ਲੜਾਈ ਰਨ ਮੈਂ ਤੇਗ ਵਗਾਈ। ਮੁਗਲਾਂ ਦੀ ਤੇ ਪਠਾਨੇ ਲੜਾਈ, ਪਠਾਨਾਂ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ। ਕਾਰਨ ਕੀ ਸੀਗਾ? ਉਨੀ ਹਸਤ ਇਹਨਾਂ ਕੋਲ ਹਾਥੀ ਤੇ ਚੜ ਕੇ ਆ ਗਏ, ਉਹ ਤੇਜ਼ ਰਫ਼ਤਾਰ ਵਾਲੇ ਘੋੜਿਆਂ ਤੇ ਚੜ ਕੇ ਆਏ। ਉਹਨਾਂ ਕੋਲ ਆਧੁਨਿਕ ਸ਼ਸਤਰ, ਇਹਨਾਂ ਕੋਲ ਪੁਰਾਤਨ ਉਹੀ ਸ਼ਸਤਰ ਜਿਹੜੇ ਕਦੇ ਅਭਿਆਸ ਪ੍ਰੈਕਟਿਸ ਨਹੀਂ ਕੀਤੀ, ਤੇ ਉਹ ਵਿੱਚ ਹੀ ਚੱਲਣ ਲੱਗ ਗਈਆਂ। ਉਹਨਾਂ ਹੱਥ 'ਚ ਗੋਲੀਆਂ ਨਿਕਲਣ ਲੱਗ ਪਈਆਂ, ਨੁਕਸਾਨ ਹੋ ਗਿਆ ਉਲਟਾ। ਇਸ ਕਰਕੇ ਪਠਾਨ ਹਾਰ ਗਏ। ਤੇ ਗੁਰੂ ਹਰਗੋਬਿੰਦ, ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਹੋਲਾ ਮਹੱਲਾ ਸਾਨੂੰ ਬਖਸ਼ਿਸ਼ ਕੀਤਾ, ਬਈ ਅਭਿਆਸ ਕਰਨਾ ਹੈ। ਜਿਹੜਾ ਅਭਿਆਸ ਕਰੇ ਉਹ ਜਿੱਤਦਾ। ਫਿਰ ਜਿਹੜੇ ਨਕਲੀ ਜਦੋਂ ਜੰਗ ਗੁਰਸਾਹਿਬ ਕਰਾਉਂਦੇ, ਮੁਕਾਬਲੇ ਹੁੰਦੇ, ਤੇ ਜਿਹੜੇ ਜਿੱਤਦੇ ਉਹਨਾਂ ਨੂੰ ਸਿਰਪਾਓ ਦਿੱਤੇ ਜਾਂਦੇ। ਪ੍ਰੈਕਟਿਸ ਹੁੰਦੀ ਰਵੇ, ਅਭਿਆਸ ਜ਼ਰੂਰੀ ਹੈ। ਇਸ ਵਾਸਤੇ ਸ਼ਸਤਰ ਪਕੜਾਏ, ਸ਼ਸਤਰਾਂ ਦਾ ਅਭਿਆਸ ਵੀ ਬਖਸ਼ਿਸ਼ ਕੀਤਾ ਹੈ। ਖੰਡੇ ਵੱਡੇ ਪ੍ਰਚੰਡ ਉਠਾਏ। ਖੰਡੇ ਵੱਡੇ ਖੰਡੇ ਪ੍ਰਚੰਡ ਤਿੱਖੇ, 2 ਧਾਰੇ ਖੰਡੇ ਪ੍ਰਚੰਡ, ਉਹ ਸਿੱਖਾਂ ਨੂੰ ਪਕੜਾਏ। ਸਿੱਖਾਂ ਨੇ ਉਠਾ ਲਿਆ, ਪਾਪ ਪਕੜ ਲਏ ਹਨ। ਗੁਜਰਾਤੀ ਸੂਰਤ ਸਮੁਦਾਏ। ਸਪੈਸ਼ਲ ਖਾਸ ਤੌਰ ਤੇ ਗੁਰੂ ਹਰਗੋਬਿੰਦ ਨੇ ਗੁਜਰਾਤ ਸੁਰਤ ਜਿਹੜਾ ਸ਼ਹਿਰ ਹੈ, ਉੱਥੋਂ ਇਹ ਸ਼ਸਤਰ ਤਿਆਰ ਕਰਵਾਏ ਹਨ। ਕਰਤ ਮਹਾ ਤੁਫੰਗਨ ਗਨ ਕੋ। ਬੜੇ ਵੱਡੇ ਆਕਾਰ ਦੀਆਂ ਤੁਫੰਗਨ ਬੰਦੂਕਾਂ, ਗਨ ਕੋ ਭਾਂਤ ਦੀਆਂ ਬੰਦੂਕਾਂ ਵੀ ਮੰਗਵਾਈਆਂ ਹਨ। ਕੰਚਨ ਲਿਪਤ ਦਈ ਸੁਭਟਨ ਕੋ। ਹੁਣ ਦੇਖੋ ਉਹਨਾਂ ਬੰਦੂਕਾਂ ਦੇ ਉੱਪਰ ਮੁੱਠੀਆਂ ਉੱਪਰ ਕੰਚਨ ਦਾ ਲੇਪ ਕੀਤਾ ਹੋਇਆ ਹੈ। ਪਾਕ ਕੰਚਨ ਦੇ ਸੋਨੇ ਦੇ ਪੱਤਰੇ ਵੀ, ਸ਼ਸਤਰ ਕੀਮਤੀ। ਆਪਾਂ ਜਦੋਂ ਅੰਮ੍ਰਿਤ ਛਕਦੇ ਆ ਤੇ ਕਿਰਪਾਨ ਜਦੋਂ ਖਰੀਦਦੇ ਆ,
ਬੰਦੂਕਾਂ, ਉਹਦੀਆਂ ਨਾਲੀਆਂ ਕਿੰਨੀਆਂ ਵੱਡੀਆਂ। ਇੱਥੇ ਲਿਖਿਆ ਜਿਹੜੀ ਨਾਲੀ ਹੈ, ਨਲਕਾ ਹੈ, ਉਸ ਦੀ ਬੰਦੂਕ ਦੀ ਨਾਲੀ ਬੜੇ ਵੱਡੇ ਆਕਾਰ ਦੀ। ਇੱਕ ਲਾਂਬੀ ਤੋਂ ਲੰਬੇ ਆਕਾਰ ਦੀ, ਇੱਕ ਲਾਂਬੀ ਗੁਲਕਾ ਜਿਸ ਕੇਰੀ ਬੜੇ ਵੱਡੇ ਲੰਮੇ ਆਕਾਰ ਦੀ ਨਾਲੀ ਵਾਲੀ ਵੱਡੀ ਬੰਦੂਕ। ਤੇ ਐਸੀ ਬੰਦੂਕ ਵੀ ਸਿੱਖਾਂ ਨੂੰ ਦਿੱਤੀ ਹੈ। ਅਧਿਕ ਦੂਰ ਤੇ ਮਾਰਤ ਬੈਰੀ, ਅਧਿਕ ਦੂਰ ਤੇ, ਦੂਰੀ ਤੇ ਟਾਂਕਦੀ 225 ਸ਼ੇਰ 225 ਸ਼ੇਰ ਵਜਨ ਬੰਨੋ ਤਾਂ ਉਹ ਕਮਾਨ ਮੁੜਦੀ ਸੀ। ਕਿੱਥੇ ਲਾਲ ਕਿਲਾ ਤੇ ਕਿੱਥੇ ਮੋਤੀ ਬਾਗ। ਲਗਭਗ ਪੈਦਲ ਚੱਲੇ ਤੇ 1 ਘੰਟਾ 47 ਮਿੰਟ ਲੱਗਦੇ, ਤੇ ਮੋਟਰਸਾਈਕਲ ਤੇ ਕੋਈ ਜਾਵੇਗਾ ਨਾ ਚੱਲ ਕੇ ਤੇ 24 ਮਿੰਟ ਲੱਗਦੇ ਹਨ ਜੀ। ਮੋਤੀ ਬਾਗ ਤੋਂ ਲੈ ਕੇ ਲਾਲ ਕਿਲੇ ਤੱਕ ਤਖਤ ਤੇ ਬੈਠਾ ਬਹਾਦਰ ਸ਼ਾਹ, ਰਾਜ ਬਖਸ਼ਿਸ਼ ਕੀਤਾ ਗੁਰੂ ਗੋਬਿੰਦ ਸਿੰਘ ਨੇ ਆਖੜ ਕੇ ਬੈਠ ਗਿਆ, ਹੰਕਾਰ ਨਾਲ ਬੈਠ ਗਿਆ, ਮੇਰਾ ਰਾਜ ਭਾਗ, ਮੈਂ ਰਾਜਾ, ਮੈਂ ਬਾਦਸ਼ਾਹ, ਸ਼ਹਿਜ਼ਾਦਾ ਮੋਜ਼ਮ ਬਹਾਦਰ ਸ਼ਾਹ, ਮੈਂ ਬਹਾਦਰ ਸ਼ਾਹ। ਭੁੱਲ ਗਿਆ ਗੁਰੂ ਕਲਗੀਧਰ ਪਾਤਸ਼ਾਹ ਨਾਲ ਜਿਹੜਾ ਵਾਅਦਾ ਕੀਤਾ ਸੀ ਭਾਈ ਨੰਦ ਲਾਲ ਜੀ ਰਾਹੀਂ ਕਿ ਮੈਂ ਇਨਸਾਫ ਕਰਾਂਗਾ। ਗੁਰਸੇਨ ਨੇ ਕਿਹਾ ਤੈਨੂੰ ਰਾਜ ਭਾਗ ਦੇ ਦਿੰਨੇ ਆ ਭਾਈ, ਤੇਰਾ ਖੁਸਦਾ ਪਿਆ ਰਾਜ ਭਾਗ, ਤੇਰਾ ਛੋਟਾ ਭਰਾ ਖੋਂਦਾ ਪਿਆ, ਤੇਰੇ ਕੋਲ ਲਸ਼ਕਰ ਨਹੀਂ, ਤੇਰੇ ਕੋਲ ਪਾਵਰ ਨਹੀਂ, ਅਸੀਂ ਰਾਜ ਭਾਗ ਤੇ ਚੋੜਾ ਹੋ ਕੇ ਬੈਠ ਗਿਆ। ਭੁੱਲ ਗਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਆਏ ਮੋਚੀ ਬਾਗ, ਜਿੱਥੇ ਮੋਚੀ ਬੈਠੇ ਹੁੰਦੇ ਸਨ। ਗੁਰੂ ਸਾਹਿਬ ਨੇ ਕਿਹਾ ਮੋਚੀ ਨਹੀਂ, ਇਹ ਮੋਤੀ ਬਾਗ ਹੈ। ਮੋਤੀ ਬਾਗ ਬਣਾ ਦਿੱਤਾ ਤੇ 12-13 ਕਿਲੋਮੀਟਰ ਦਾ ਫਾਸਲਾ। ਗੁਰੂ ਕਲਗੀਧਰ ਪਾਤਸ਼ਾਹ ਨੇ ਕਮਾਨ ਦੇ ਚਲੇ ਤੀਰ ਟਿਕਾ, ਤੀਰ ਮਾਰਿਆ, ਤਖਤ ਤੇ ਵੱਜਾ। ਕਹਿੰਦਾ ਇਹ ਕਿੰਨੇ ਤੀਰ ਮਾਰਤਾ? ਤਖਤ ਤੇ ਤਾਉਸ ਤੇ ਬੈਠਾ ਆ ਬਹਾਦਰ ਸ਼ਾਹ। ਤੀਰ ਦੇਖਿਆ ਉਤੇ 1.25 ਤੋਲਾ ਸੋਨਾ ਲੱਗਾ ਹੈ। ਤੇ ਗੁਰੂ ਕਲ ਦੇਖ ਲਿਆ ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ। ਦੇਖ ਕੇ ਉਹਦਾ ਦੂਰ ਵੀ ਨਾਲ ਦੇਖਿਆ, ਖੁੱਲਾ ਸੀ ਉਸ ਸਮੇਂ, ਬਹੁਤੀ ਆਬਾਦੀ ਨਹੀਂ ਦਿੱਲੀ 'ਚ। ਇਤਨੀ ਦੂਰ 12 ਕੋਹ ਦਾ ਫਾਸਲਾ, ਇਤਨੀ ਦੂਰ ਤੀਰ ਆ ਗਿਆ। ਕਹਿੰਦੇ ਕਰਾਮਾਤ। ਤੇ ਨਾਲ ਹੀ ਦੂਜਾ ਤੀਰਾ ਨਾਲ ਕਾਗਜ਼ ਦਾ ਟੁਕੜਾ ਬਣਿਆ। ਕਰਾਮਾਤ ਨਹੀਂ, ਕਰਤੱਵ ਹੈ। ਇਹ ਸਾਡੀ ਪ੍ਰੈਕਟਿਸ ਹੈ, ਅਭਿਆਸ ਹੈ। ਦੇਖੋ ਤੀਰ ਵੱਜਾ, ਦੌੜਦੇ ਹੋਏ ਆਇਆ ਸੀ। ਫਿਰ ਮੁਕਰਰ ਕੀਤਾ, ਫੈਸਲਾ ਕੀਤਾ। ਫਿਰ ਜਿੱਥੇ ਦਿੱਲੀ ਗੁਰਦੁਆਰਾ ਦਮਦਮਾ ਸਾਹਿਬ ਨਾ, ਹਜ਼ਰਤ ਨਿਜ਼ਾਮੁਦੀਨ ਦੀ ਮਕਬਰੇ ਦੇ ਕੋਲ ਸਟੇਸ਼ਨ ਦੇ ਨਾਲ ਹੀ, ਉੱਥੇ ਆ ਕੇ ਕਹਿੰਗਾ ਗੁਰਸਾਹਿਬ ਜੀ ਹੁਕਮ ਕਰੋ। ਕਹਿੰਗੇ ਤੈਨੂੰ ਇਨਸਾਫ ਲਈ ਕੈਸੀ ਇਨਸਾਫ ਨਹੀਂ ਆ? ਕਹਿੰਗਾ ਸਤਿਗੁਰੂ ਨੂੰ ਸਮਾਂ ਦੇਵੋ, ਮੇਰਾ ਰਾਜ ਭਾਗ ਖੁੱਜ ਜਾਵੇਗਾ। ਕਿਤਨਾ ਸਮਾਂ? ਕਹਿੰਗੇ 1 ਸਾਲ ਦਾ ਘੱਟੋ ਘੱਟ। ਸਾਲ ਹੋ ਗਿਆ, ਮੁਕਰ ਗਿਆ। ਫਿਰ ਗੁਰਸਾਹਿਬ ਨੇ ਬਾਬਾ ਮਾਧੋ ਦਾਸ ਬਿਰਗ ਨੂੰ ਥਾਪੜਾ ਦੇ ਕੇ, ਉਹ ਵੀ ਬਹਾਦਰ ਸ਼ਾਹ ਸੀ ਨਾ, ਦਿੱਲੀ ਤਖਤ ਬੈਠਾ ਬਹਾਦਰ ਸ਼ਾਹ। ਕਹਿੰਗੇ ਤੂੰ ਬਹਾਦਰ ਸ਼ਾਹ ਨਹੀਂ, ਇੱਧਰ ਬਾਬਾ ਬੰਦਾ ਸਿੰਘ ਬਹਾਦਰ। ਥਾਪੜਾ ਦੇ ਕੇ ਬਹਾਦਰ ਕਰ ਦਿੱਤਾ। ਫਿਰ ਦਿੱਲੀ ਤਖਤ ਨੂੰ ਹਿਲਾਤਾ, ਸਾਂਦੀ ਇੱਟ ਖੜਕਾਤੀ, ਤਖਤ ਹਿਲਾਤਾ। ਉਹ ਵੱਡਾ ਬਹਾਦਰ ਸ਼ਾਹ ਬੰਦਾ ਸੀ। ਕਹਿੰਦਾ ਸਤਿਗੁਰ ਵੱਡੇ ਸੂਰਮੇ, ਐਸੇ ਮਹਾਬਲੀ ਸੂਰਮੇ, ਉਹਨਾਂ ਦੇ ਦਾਦਾ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਭਵਿੱਖਤ ਬਚਨ ਕੀਤਾ ਕਿ ਸਾਡਾ ਪੋਤਰਾ ਹੀ ਮਹਾਬਲੀ ਸੂਰਮਾ ਹੋਵੇਗਾ। ਅੱਜ ਬੈਠੇ ਸਤਿਗੁਰ ਜੀ ਤੇ ਕਹਿੰਗੇ ਰਾਤ ਨੂੰ ਬਿਤਾ ਨਾ ਕੀਤਾ। ਫਿਰ ਅੱਗੇ ਸ਼ਸਤਰ ਬਣਦੇ ਵੇ, ਸੂਰਮੇ ਬਣੋ ਭਾਈ, ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛੱਡੈ ਖੇਤ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕੀ ਚੋਜ ਵਰਤਾਉਂਦੇ ਨੇ, ਉਹਨਾਂ ਚੋਜਾਂ ਦੀ ਵਿਚਾਰ ਕੱਲ ਦੇ ਦੀਵਾਨ 'ਚ ਹੋਵੇਗੀ ਜੀ। ਹਾਂਜੀ। ਗਹੇ ਤਮਾਚੇ ਰਣ ਕੇ ਛੈਲ, ਗਹੇ ਤਮਾਚੇ ਰਣ ਕੇ ਛੈਲ। ਤਮਾਚੇ, ਛੋਟੇ ਆਕਾਰ ਦੇ ਤਮਾਚੇ, ਬੰਦੂਕਾਂ ਵੀ ਗੁਰੂ ਸਾਹਿਬ ਵੰਡਦੇ ਪਏ। ਭਾਵ ਹਰ ਪ੍ਰਕਾਰ ਦੇ ਸ਼ਸਤਰ, ਉਸ ਸਮੇਂ ਦੇ ਜਿਹੜੇ ਆਧੁਨਿਕ ਸ਼ਸਤਰ ਸਨ, ਉਹ ਧੰਨ ਗੁਰੂ ਹਰਗੋਬਿੰਦ ਸਿੰਘ ਨੇ ਵੰਡਣਾ ਕੀਤੇ। ਸ਼ਸਤਰ ਧਾਰਨ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗਰਹਿ ਕਾਜ। ਪ੍ਰੇਰਨਾ ਲੈਣੀ ਭਾਈ, ਆਪਾਂ ਸ਼ਸਤਰ ਧਾਰਨ ਕਰਨੇ ਨੇ।
ਫੌਜ ਜ਼ਰੂਰੀ ਹੈ। ਇਹੀ ਗੱਲ ਆਖਦੇ ਸਨ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। ਕਹਿੰਦੇ ਤੁਸੀਂ ਸ਼ਸਤਰ ਕਿਉਂ ਪਹਿਨੇ, ਇਹ ਬੰਦੂਕਾਂ ਕਿਉਂ, ਇਹ ਸਟਿਨ ਗੰਨਾਂ ਕਿਉਂ? ਤੁਸੀਂ ਸੰਤ ਹੋ, ਤੁਹਾਨੂੰ ਸਾਰੇ ਸੰਤ ਆਖਦੇ ਹੋ, ਇਹ ਕਿਉਂ? ਕਹਿੰਦਾ ਇਹਦਾ ਕਾਰਨ ਕੀ ਏ? ਹਿੰਦੁਸਤਾਨ ਦੇਸ਼ ਭਾਰਤ ਕੀ ਸ਼ਾਂਤੀ ਨਹੀਂ ਚਾਹੁੰਦਾ? ਕਹਿੰਗੇ ਹਾਂ ਸ਼ਾਂਤੀ। ਕਹਿੰਗੇ ਅਸੀਂ ਸ਼ਾਂਤੀ ਚਾਹੁੰਦੇ ਹਾਂ। ਫਿਰ ਕਹਿੰਗੇ ਫੌਜ ਕਿਉਂ ਰੱਖੀ ਹੋਈ ਫਿਰ, ਕਿ ਫੌਜ ਦੀ ਲੋੜ ਨਹੀਂ? ਕਹਿੰਗੇ ਲੋੜ ਹੈ। ਕਹਿੰਗੇ ਸਾਡੇ ਜਿਹੜੇ ਸ਼ਸਤਰ ਪਹਿਨੇ ਨੇ ਜ਼ੁਲਮ ਕਰਨ ਲਈ ਨਹੀਂ, ਇਹ ਜ਼ੁਲਮ ਮਿਟਾਉਣ ਲਈ ਪਹਿਨਾਏ ਹਨ। ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ, ਇਹਨਾਂ ਦਾ ਅਸੀਂ ਕਦੇ ਤਿਆਗ ਨਹੀਂ ਕਰ ਸਕਦੇ। शस्त्र बख्शिश कीते, शस्त्रन के अधीन है राज, जो ना धरै तिस बिगड़ै काज। इस वास्ते भाई शस्त्रधारी होके सूरमे बनना है। इस सतगुर की प्रेरणा, दल भंजन गुर सूरमा, बड़ जोधा बो परोपकारी। सतगुर ने बड़े बड़े परोपकार किते। हुण जंग जोधा समा आने वाला है। वो नारद मुनि जी नाल बचन किते, अगे आने वाले प्रसंग च की होवेगा इस दी विचार सतगुरु जी आप काल सेवा लै लैन। होइयां बेअंत प्रकार दीयां भुल्लां बख्श लैनियां। गज के फतेह बुलावो जी। वाहिगुरु जी का खालसा, वाहिगुरु जी की फतेह।